ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲਟਨ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 23 ਤਰੀਕ ਆ ਅਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਆ ਉਹਨਾਂ ਦਾ ਜਿਹੜਾ ਉਹ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਕਮਲਜੀਤ ਸਿੰਘ ਬੰਗੜ ਸਟਾਕਟਨ, ਪਰਮਜੀਤ ਸਿੰਘ ਦਿਓਲ, ਸੁੱਚਾ ਸਿੰਘ, ਜਸਕਿਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਗੁਰਪਾਲ ਸਿੰਘ ਸੰਧੂ ਸਿਟਰੋਸਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਕਰੋ ਮੋਹਨ ਚੀਮਾ ਹੋਣਾ ਨੂੰ 559 905 2575 5599052557 ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਨਾ ਹੋਣਾ ਦੇ ਨਾਲ ਸੰਪਰਕ ਕਰੋ ਨੰਬਰ 415 909 0503 ਦੇ ਉੱਤੇ। ਅਤੇ ਨਾਲ ਹੀ ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਖੁੱਲ੍ਹੀ ਡੁੱਲੀ ਟਰੱਕ ਪਾਰਕਿੰਗ ਅਵੇਲੇਬਲ ਹੈ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਐਡਰੈਸ 597 ਨਾਰਥ ਈਸਟ ਸਟਰੀਟ ਵੁੱਡਲੈਂਡ। ਫੋਨ ਨੰਬਰ 9163969085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਅਤੇ US ਦੀ ਜਿਹੜੀ ਸੁਪਰੀਮ ਕੋਰਟ ਆ, ਉਹ ਲੱਗਦਾ ਹੈ ਪੈਂਡੇਮਿਕ ਦੇ ਦੌਰਾਨ ਬਹੁਤ ਸਾਰੇ ਲੋਕ ਤਾਂ ਜਿਹੜੇ ਕੰਮ ਘਰੋਂ ਕਰਦੇ ਸੀ ਜਾਂ ਘੱਟ ਕਰਦੇ ਸੀ, ਪਰ ਸੁਪਰੀਮ ਕੋਰਟ ਜਿਹੜੀ ਆ ਧੜਾ ਧੜ USA ਦੀ ਜਿਹੜੀ ਉਹ ਫੈਸਲੇ ਦੇ ਰਹੀ ਆ ਵੱਖ-ਵੱਖ ਇਸ਼ੂਜ਼ ਦੇ ਉੱਤੇ। ਅੱਜ US ਦੀ ਸੁਪਰੀਮ ਕੋਰਟ ਨੇ ਇਹ ਰੂਲ ਕਰ ਦਿੱਤਾ ਵੀ ਇੱਕ ਚੀਅਰ ਲੀਡਰ ਜਿਹੜੀ ਬੱਚੀ ਸੀਗੀ ਹਾਈ ਸਕੂਲ ਦੇ ਵਿੱਚ, ਅਤੇ ਉਸ ਨੂੰ ਜਿਹੜਾ ਆ ਉਹ ਜਿਹੜੀ ਚੀਅਰ ਲੀਡਰ ਟੀਮ ਹੁੰਦੀ ਆ ਉਹਦੇ ਵਿੱਚ ਚੁਣਿਆ ਨਹੀਂ ਗਿਆ ਸੀ। ਉਸ ਤੋਂ ਬਾਅਦ ਉਸਨੇ ਸਕੂਲ ਤੋਂ ਬਾਹਰ ਹੀ ਇੱਕ ਸਟਾਰਬਕ ਦਾ ਸਟੋਰ ਸੀ ਕੌਫੀ ਦਾ, ਉੱਥੇ ਜਿਹੜੇ ਆ F ਵਰਡ ਯੂਜ਼ ਕੀਤੇ ਸਕੂਲ ਲਈ, ਚੀਅਰ ਲਈ, ਐਵਰੀਥਿੰਗ ਲਈ। ਅਤੇ ਸਕੂਲ ਵਾਲੇ ਉਹ ਮੁੜ ਕੇ ਜਿਹੜਾ ਆ ਉਹ YouTube 'ਤੇ ਚਲਾ ਗਿਆ ਅਤੇ ਸਕੂਲ ਵਾਲਿਆਂ ਨੇ ਉਹਨੂੰ ਜਿਹੜਾ ਆ ਉਸ ਟੀਮ ਦੇ ਵਿੱਚੋਂ ਹੀ ਜਿਹੜਾ ਬਾਹਰ ਕੱਢ ਦਿੱਤਾ। ਅਤੇ ਉਹ ਤੋਂ ਬਾਅਦ ਉਸ ਦੇ ਪੇਰੈਂਟਸ ਨੇ ਜਿਹੜਾ ਆ ਸਕੂਲ ਦੇ ਅਗੇਂਸਟ ਲਾਸੂਟ ਫਾਈਲ ਕੀਤਾ ਵੀ ਜਿਹੜਾ ਸਕੂਲ ਆ ਉਹ ਬੱਚੀ ਨੂੰ ਇਸ ਤਰ੍ਹਾਂ ਨਹੀਂ ਬਾਹਰ ਕੱਢ ਸਕਦਾ, ਈਵਨ ਦੋ ਲੈਂਗੁਏਜ ਜਿਹੜੀ ਉਸਨੇ ਗਲਤ ਵਰਤੀ ਆ, ਪਰ ਇਹ ਆਫ ਕੈਂਪਸ ਸੀ, ਸਕੂਲ ਦੇ ਵਿੱਚ ਨਹੀਂ ਸੀ। ਸੋ ਅੱਜ US ਦੇ ਸੁਪਰੀਮ ਕੋਰਟ ਦੇ 8 ਜੱਜਾਂ ਨੇ ਜਿਹੜਾ ਆ ਇਸ ਜਿਹੜੀ ਇਹ ਲੜਕੀ ਸੀ ਬ੍ਰੈਂਡੀ ਲੈਵੀ 14 ਸਾਲਾਂ ਦੀ ਸੀ, ਸੰਨ 2017 ਦੇ ਵਿੱਚ ਇਹ ਕੇਸ ਹੋਇਆ ਸੀ, ਅਤੇ ਉਸ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਆ। ਉਹਨਾਂ ਨੇ ਇਹ ਕਿਹਾ ਵੀ ਠੀਕ ਆ ਵੀ ਜਿਹੜੀ ਉਹਦੀ ਲੈਂਗੁਏਜ ਆ ਬਹੁਤ ਉਹ ਐਡਮਾਇਰੇਬਲ ਨਹੀਂ ਹੈਗੀ, ਗੁੱਡ ਨਹੀਂ ਹੈਗੀ, ਪਰ ਉਹ ਡਿਸਰਪਟਿਵ ਨਹੀਂ ਹੈਗੀ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਹੈਗੀਆਂ, ਲਗਭਗ 47 ਸਟੇਟਸ USA ਦੇ ਵਿੱਚ ਜਿਹੜੀਆਂ ਉਹਨਾਂ 'ਚ ਇਹ ਰੂਲ ਆ ਵੀ ਜੇ ਕੋਈ ਡਿਸਰਪਟਿਵ ਕਿਸੇ ਤਰ੍ਹਾਂ ਦੀ ਪੋਸਟ ਆ ਜਾਂ ਐਂਟੀ ਬੁਲਿੰਗ ਆ, ਐਂਟੀ ਹਰਾਸਮੈਂਟ ਇੱਦਾਂ ਦੀ ਹੈਗੀ ਆ, ਉਹਨਾਂ ਦੇ ਅਗੇਂਸਟ ਜਿਹੜਾ ਕੇਸ ਉਹਨਾਂ ਨੂੰ ਜਿਹੜਾ ਕੱਢਿਆ ਜਾ ਸਕਦਾ ਹੈਗਾ। ਇਸ ਤੋਂ ਪਹਿਲਾਂ ਵੀ ਜਦੋਂ ਵੀਅਤਨਾਮ ਵਾਰ ਹੋਇਆ ਸੀ, ਜਿਹੜੇ ਸਟੂਡੈਂਟ ਸੀ ਉਹਨਾਂ ਨੇ ਸ਼ਰਟਾਂ ਪਾ ਕੇ ਜਿਹੜੀਆਂ ਫ੍ਰੀ ਸਪੀਚ ਆਪਣਾ ਵਰਤਦੇ ਹੋਏ ਉਸ ਵਾਰ ਦੇ ਅਗੇਂਸਟ ਜਿਹੜਾ ਆਪਣੇ ਸਕੂਲਾਂ ਦੇ ਵਿੱਚ ਪ੍ਰੋਟੈਸਟ ਕੀਤੇ ਸੀ, ਅਤੇ ਕਈ ਸਕੂਲਾਂ ਨੇ ਉਹਨਾਂ ਨੂੰ ਕੱਢ ਵੀ ਦਿੱਤਾ ਸੀ ਸਕੂਲਾਂ 'ਚੋਂ। ਬਾਅਦ ਦੇ ਵਿੱਚ ਕੋਰਟ ਨੇ ਡਿਸੀਜਨ ਦਿੱਤਾ ਸੀ ਵੀ ਨਹੀਂ, ਉਹ ਉਹਨਾਂ ਦਾ ਹੱਕ ਹੈਗਾ ਐਜ਼ ਲੌਂਗ ਐਜ਼ ਉਹ ਸਕੂਲ ਦੀ ਕਿਸੇ ਐਕਟੀਵਿਟੀ ਦੇ ਵਿੱਚ ਕੋਈ ਅੜਿੱਕਾ ਨਹੀਂ ਬਣਦੇ। ਸੋ US ਦੀ ਸੁਪਰੀਮ ਕੋਰਟ ਨੇ ਇਹ ਕਿਹਾ ਵੀ ਫਰੀਡਮ ਆਫ ਸਪੀਚ ਆ, ਸੋ ਉਹਦੇ ਲਈ ਜਿਹੜਾ ਸਕੂਲ ਆ ਇਸ ਤਰ੍ਹਾਂ ਬੱਚੀ ਦੇ ਅਗੇਂਸਟ ਨਹੀਂ ਕਰ ਸਕਦਾ।
ਜੀ ਬਿਲਕੁਲ। ਸੋ ਆਫ ਕੈਂਪਸ ਹੋਣ ਕਰਕੇ ਕਹਿੰਦੇ ਆ ਵੀ ਇਸ ਨੂੰ ਜਿਹੜਾ ਆ ਇਸ ਦੇ ਹੱਕ ਦੇ ਵਿੱਚ ਜਿਹੜੇ 8 ਜਸਟਿਸਿਸ ਆ ਸੁਪਰੀਮ ਕੋਰਟ ਦੇ ਜਿਹੜੇ ਉਹ ਆਏ ਆ ਇਸ ਦੇ ਵਿੱਚ ਜਿਹੜਾ ਇਸ ਕੇਸ ਦੇ ਵਿਰੋਧ ਦੇ ਵਿੱਚ ਯਾਨੀ ਕਿ ਸਕੂਲ ਦੇ ਹੱਕ ਦੇ ਵਿੱਚ ਇੱਕ ਹੀ ਜਿਹੜੇ ਜਸਟਿਸ ਕਲੈਰੈਂਸ ਥੋਮਸ ਆ ਉਹਨਾਂ ਨੇ ਡਿਸੈਂਟ ਜਿਹੜਾ ਉਹ ਇਸ਼ੂ ਕੀਤਾ ਸੀ। ਉਹਨਾਂ ਨੇ ਇਹ ਕਿਹਾ ਵੀ ਜਿਹੜੇ ਮੈਜੋਰਟੀ ਜਸਟਿਸਿਸ ਆ ਉਹਨਾਂ ਨੇ ਨਜ਼ਦੀਕ ਦੇ ਨਾਲ ਇਸ ਚੀਜ਼ ਨੂੰ ਜਿਹੜਾ ਉਹ ਨਹੀਂ ਦੇਖਿਆ ਵੀ ਹੋਰ ਜਿਹੜੇ ਪੁਰਾਣੇ ਕੇਸਿਸ ਆ ਪ੍ਰੈਸੀਡੈਂਟਸ ਜਿਹੜੇ ਸੀਗੇ ਵੀ ਸਕੂਲ ਕਿੱਦਾਂ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਪਨਿਸ਼ ਕਰ ਸਕਦੇ ਆ ਸਪੀਚ ਦੇ ਲਈ ਜਿਹੜੇ ਆਊਟਸਾਈਡ ਆਫ ਸਕੂਲ ਹੈਪਨ ਹੁੰਦੀ ਆ ਉਹ ਵਾਪਰਦੀ ਆ। ਅਤੇ ਕਹਿੰਦੇ ਵੀ ਪਰ ਇਹ ਆ ਵੀ ਉਹ ਇਫੈਕਟ ਕਰ ਸਕਦੀ ਆ ਵੀ ਸਕੂਲ ਹਾਊਸ ਦੇ ਜਿਹੜੇ ਗੇਟਸ ਆ ਉਸ ਦੇ ਵਿੱਚ ਵੀ ਕੀ ਹੁੰਦਾ। ਸੋ ਇਸ ਲਈ ਉਹਨਾਂ ਨੇ ਇਸ ਦੇ ਡਿਸੈਂਟ ਦੇ ਵਿੱਚ ਕੀਤਾ ਹੈ, ਬੇਸਿਕਲੀ ਸਕੂਲ ਦੇ ਹੱਕ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਉਹ ਵੋਟ ਪਾਈ ਸੀਗੀ। ਸੋ ਇਹ ਹੁਣ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੇਸ ਤੋਂ ਬਾਅਦ ਦੇ ਵਿੱਚ ਕਿੱਦਾਂ ਦਾ ਪ੍ਰੈਸੀਡੈਂਟ ਜਿਹੜਾ ਆ ਉਹ ਹੁੰਦਾ ਆ। ਸਕੂਲ ਦੇ ਅੰਦਰ ਜਦੋਂ ਤੁਸੀਂ ਵੇਤਨਾ ਵਾਰ ਅਤੇ ਹੋਰ ਵੀ ਬਹੁਤ ਸਾਰੀਆਂ ਵਾਰਡਸ ਨੂੰ ਲੈ ਕੇ ਜਿਹੜੇ ਲੋਕਾਂ ਨੇ ਬਹੁਤ ਵਾਰੀ ਵਿਰੋਧ ਜਿਹੜਾ ਆ ਉਹ ਜਤਾਇਆ ਹੈਗਾ ਆ। ਉੱਧਰ ਸੁਪਰੀਮ ਕੋਰਟ ਦੀ ਹੀ ਜੇ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਉਹਨਾਂ ਨੇ ਅੱਜ ਇੱਕ ਹੋਰ ਜਿਹੜੀ ਆ ਕੇਸ ਦੀ ਸੁਣਵਾਈ ਦੇ ਦੌਰਾਨ ਫੈਸਲਾ ਜਿਹੜਾ ਉਹ ਦਿੱਤਾ ਆ। ਪੁਲਿਸ ਦੀਆਂ ਜਿਹੜੀਆਂ ਸ਼ਕਤੀਆਂ ਉਹਨਾਂ ਨੂੰ ਸੀਮਤ ਕੀਤਾ, ਰਿਸਟ੍ਰਿਕਟ ਜਿਹੜਾ ਉਹਨਾਂ ਨੇ ਕੀਤਾ ਆ। ਕਹਿੰਦੇ ਵੀ ਕਿਸੇ ਦੇ ਘਰ ਦੇ ਵਿੱਚ ਵੀ ਬਗੈਰ ਵਾਰੰਟ ਤੋਂ ਦਾਖਲ ਹੋਣਾ ਉਹ ਹੁਣ ਇਹਨਾਂ ਦੀ ਸ਼ਕਤੀ ਦੇ ਵਿੱਚ ਜਿਹੜਾ ਉਹ ਨਹੀਂ ਆਉਂਦਾ। ਖਾਸ ਕਰਕੇ ਕਹਿੰਦੇ ਆ ਵੀ ਜਦੋਂ ਕੋਈ ਮਾਈਨਰ ਕ੍ਰਾਈਮ ਦੇ ਲਈ ਹੁੰਦਾ ਆ। ਕਹਿੰਦੇ ਵੀ ਯੂਨਾਨਿਮਸ ਤਕਰੀਬਨ ਵੋਟ ਦੇ ਨਾਲ ਸੁਪਰੀਮ ਕੋਰਟ ਦੇ ਜਿਹੜੇ ਜਸਟਿਸਿਸ ਆ ਉਹਨਾਂ ਨੇ ਇਹ ਡਿਕਲੇਅਰ ਕੀਤਾ ਵੀ ਪੁਲਿਸ ਨੇ ਜਿਹੜੇ ਵਾਇਲੇਟ ਕੀਤੇ ਆ ਇੱਕ ਕੈਲੀਫੋਰਨੀਆ ਦੇ ਵਿੱਚ ਰਹਿਣ ਵਾਲੇ ਬੰਦੇ ਦੇ ਰਾਈਟਸ ਜਦ ਉਸ ਦਿਨ ਮਗਰ ਘਰ ਦੇ ਵਿੱਚ ਧੱਕੇ ਦੇ ਨਾਲ ਗਰਾਜ ਦੇ ਵਿੱਚ ਉਹ ਆ ਗਏ ਸੀ ਜਦ ਉਹ ਇੱਕ ਉੱਚੀ ਮਿਊਜ਼ਿਕ ਉਹ ਪਲੇ ਕਰ ਰਿਹਾ ਸੀਗਾ ਆਪਣੀ ਸਟਰੀਟ ਦੇ ਉੱਤੇ। ਅਤੇ ਜਸਟਿਸ ਐਲੇਨਾ ਕੇਗਨ ਜਿਹੜੇ ਆ ਉਹਨਾਂ ਨੇ ਮੈਜੋਰਟੀ ਦੇ ਵਿੱਚ ਇਸ ਦੇ ਬੰਦੇ ਦੇ ਹੱਕ ਦੇ ਵਿੱਚ ਜਿਹੜਾ ਉਹ ਕੀਤਾ ਵੀ ਇੱਦਾਂ ਦੇ ਟ੍ਰਿਵੀਅਲ ਅਫੈਂਸ ਦੇ ਲਈ ਬਗੈਰ ਵਾਰੰਟ ਤੋਂ ਕਿਸੇ ਦੇ ਘਰ ਦੇ ਵਿੱਚ ਦਾਖਲ ਹੋਣ ਦੀ ਸ਼ਕਤੀ ਜਿਹੜੀ ਆ ਉਹ ਪੁਲਿਸ ਦੇ ਕੋਲ ਨਹੀਂ ਹੈਗੀ ਜੀ। ਸੋ ਬਿਲਕੁਲ ਉਹਨੂੰ ਫੋਲੋ ਕਰਨਾ ਸ਼ੁਰੂ ਕੀਤਾ ਸੀ ਪੁਲਿਸ ਵਾਲੇ ਨੇ। ਅਤੇ ਜਦੋਂ ਉਸਨੇ ਲਾਗੇ ਜਾ ਕੇ ਉਹਦੇ ਘਰ ਦੇ ਲਾਈਟਸ ਦਿੱਤੀਆਂ ਅਤੇ ਉਹ ਆਪਣੇ ਗਰਾਜ ਦੇ ਵਿੱਚ ਉਸਨੇ ਕਾਰ ਬਾਲ ਲਈ ਅਤੇ ਪੁਲਿਸ ਵਾਲਾ ਉੱਤਰ ਕੇ ਜਿਹੜਾ ਗਰਾਜ ਦਾ ਥੱਲੇ ਸੈਂਸਰ ਹੁੰਦਾ ਉਹਦੇ ਅੱਗੇ ਪੈਰ ਦੇ ਦਿੱਤਾ ਅਤੇ ਉਹ ਗਰਾਜ ਦਾ ਡੋਰ ਫੇਰ ਖੁੱਲ੍ਹ ਗਿਆ। ਅਤੇ ਉਸ ਤੋਂ ਬਾਅਦ ਉਸ ਬੰਦੇ ਨਾਲ ਉਸਨੇ ਪੁਲਿਸ ਵਾਲੇ ਨੇ ਬਹਿਸ ਕੀਤੀ ਵੀ ਤੂੰ ਜਦ ਤੈਨੂੰ ਲਾਈਟਾਂ ਦਿੱਤੀਆਂ ਸੀ ਤੂੰ ਰੁਕਿਆ ਨਹੀਂ। ਅਤੇ ਉਹਨੂੰ ਲੱਗਾ ਵੀ ਉਸਨੇ ਜਿਹੜੀ ਆ ਸ਼ਰਾਬ ਪੀਤੀ ਹੋਈ ਆ ਅਤੇ ਉਸਨੇ ਜਦੋਂ ਟੈਸਟ ਕੀਤਾ ਅਤੇ ਉਹਨੂੰ DUI ਇਸ਼ੂ ਕੀਤੀ ਗਈ। ਪਰ ਜਿਹੜੀ ਸੁਪਰੀਮ ਕੋਰਟ ਕਹਿੰਦੀ ਆ ਵੀ ਨਹੀਂ ਤੁਸੀਂ ਇੱਦਾਂ ਨਹੀਂ ਕਰ ਸਕਦੇ ਹੈਗੇ, ਤੁਹਾਨੂੰ ਜਿਹੜਾ ਆ ਉਹ ਵਾਰੰਟ ਇਸ਼ੂ ਕਰਨਾ ਪੈਣਾ ਅਨਲੈਸ ਬਹੁਤ ਜ਼ਿਆਦਾ ਕੋਈ ਐਮਰਜੈਂਸੀ ਹੈਗੀ ਆ। ਜੀ ਮਾਈਨਰ ਕ੍ਰਾਈਮ ਦੇ ਲਈ ਕਹਿੰਦੇ ਇੱਦਾਂ ਦੇ ਮਾਈਨਰ ਅਫੈਂਸ ਦੇ ਲਈ ਜਿਹੜਾ ਉਹ ਨਹੀਂ ਜਿਹੜਾ ਉਹ ਕਰ ਸਕਦੇ। ਸੋ ਦੇਖੋ ਜਿਹੜੀ DUI ਐਵੀਡੈਂਸ ਵੀ ਉਹਨਾਂ ਨੇ ਇਕੱਤਰ ਕੀਤਾ ਉਸ ਨੂੰ ਬਾਅਦ 'ਚ ਇਲੀਗਲੀ ਓਬਟੇਨਡ ਕੀਤਾ। ਸੋ ਬੇਸਿਕਲੀ ਉਹ ਬਾਅਦ ਦੇ ਵਿੱਚ ਅਦਾਲਤ ਦੇ ਵਿੱਚ ਉਹ ਫਿਰ ਮੰਨਿਆ ਨਹੀਂ ਜਾਂਦਾ, ਉਹ ਥਰੋ ਆਊਟ ਜਿਹੜਾ ਆ ਉਹ ਹੋ ਜਾਂਦਾ ਹੈ। ਸੋ ਬਹੁਤ ਵਾਰੀ ਇੱਦਾਂ ਹੀ ਹੁੰਦਾ ਵੀ ਸਬੂਤ ਹੋਣ ਦੇ ਬਾਵਜੂਦ ਵੀ ਤੁਸੀਂ ਉਹ ਸਬੂਤ ਪੇਸ਼ ਨਹੀਂ ਕਰ ਸਕਦੇ ਕਿਉਂਕਿ ਜੇ ਉਹ ਤੁਸੀਂ ਗੈਰ ਕਾਨੂੰਨੀ ਢੰਗ ਦੇ ਨਾਲ ਹਾਸਲ ਕੀਤਾ ਹੁੰਦਾ ਹੈ ਸਬੂਤ। ਸੋ ਅਦਾਲਤ ਨੇ ਇਹ ਦੇਖਣਾ ਹੁੰਦਾ ਹੈ ਵੀ ਪ੍ਰੋਸੈਸ ਪ੍ਰੋਸੀਜਰ ਉਹ ਸਾਰੀਆਂ ਚੀਜ਼ਾਂ ਨੂੰ ਪੂਰੀ ਤਰ੍ਹਾਂ ਫੋਲੋ ਕੀਤਾ ਗਿਆ ਆ ਕਿ ਨਹੀਂ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਉਹ ਵੀ ਰਾਜਕਨਵੀਰ ਸਿੰਘ ਜੀ ਸੁਪਰੀਮ ਕੋਰਟ ਨਾਲ ਹੀ ਰਿਲੇਟਡ ਆਪਾਂ ਸਾਂਝੀ ਕਰਦੇ ਜਾਈਏ। US ਦੀ ਸੁਪਰੀਮ ਕੋਰਟ ਨੇ ਅੱਜ ਇੱਕ ਹੋਰ ਫੈਸਲਾ ਜਿਹੜਾ ਆ ਫਾਰਮ ਵਰਕਰਸ ਯੂਨੀਅਨ ਜਿਹੜੀ ਆ ਉਹਨਾਂ ਦੇ ਅਗੇਂਸਟ ਦਿੱਤਾ ਹੈਗਾ। ਇਹ US ਦੀ ਸੁਪਰੀਮ ਕੋਰਟ ਨੇ 6 ਦੇ ਮੁਕਾਬਲੇ 3 ਦੇ ਨਾਲ ਜਿਹੜਾ ਇਹ ਡਿਸੀਜਨ ਆ ਯੂਨੀਅਨ ਦੇ ਅਗੇਂਸਟ ਦਿੱਤਾ ਕਿਉਂਕਿ ਇੱਕ ਜਿਹੜਾ ਕੇਸ ਆ ਉਹ ਓਰੇਗਨ ਬਾਰਡਰ ਦੇ ਉੱਤੇ ਜਿਹੜੀ ਸੀਡਰ ਪੁਆਇੰਟ ਨਰਸਰੀ ਆ ਉਹਦੇ ਨਾਲ ਰਿਲੇਟਡ ਹੈਗਾ ਆ। ਉਸ ਨਰਸਰੀ ਦੇ ਵਿੱਚ ਕੀ ਹੋਇਆ ਵੀ ਤੜਕੇ 5 ਵਜੇ ਦੇ ਕਰੀਬ ਜਿਹੜੇ ਯੂਨੀਅਨ ਦੇ ਵਰਕਰਸ ਆ ਉਹ ਉੱਥੇ ਜਿਹੜੇ ਕੰਮ ਕਰਦੇ ਸੀ ਆਮ ਰੈਗੂਲਰ ਲੋਕ ਉਹਨਾਂ ਦੇ ਕੋਲ ਚਲੇ ਗਏ ਅਤੇ ਜਿਹੜਾ ਉਸ ਦਾ ਮਾਲਕ ਸੀ ਉਸਨੇ ਕਿਹਾ ਵੀ ਇਹ ਇੱਦਾਂ ਇੰਟਰ ਨਹੀਂ ਹੋ ਸਕਦੇ। ਕਹਿੰਦੇ ਵੀ ਉੱਥੇ ਉਹਨਾਂ ਨੇ ਬੁੱਲ ਹਾਰਨ ਵਗੈਰਾ ਇੱਦਾਂ ਦੇ ਹੋਰ ਵਜਾਣੇ ਸ਼ੁਰੂ ਕਰ ਦਿੱਤੇ ਅਤੇ ਵੀ ਇਹ ਧੱਕੇ ਨਾਲ ਜਿਹੜੇ ਮੇਰੇ ਕਾਮੇ ਹੈਗੇ ਉਹਨਾਂ ਤੋਂ ਪੈਸੇ ਲੈਂਦੇ ਹੈਗੇ ਆ। ਸੋ ਉਹ ਕੇਸ ਜਿਹੜਾ ਆ ਕੈਲੀਫੋਰਨੀਆ ਐਗਰੀਕਲਚਰ ਲੇਬਰ ਰਿਲੇਸ਼ਨ ਬੋਰਡ ਦੇ ਕੋਲ ਵੀ ਗਿਆ। ਉਹਨਾਂ
ਨੇ ਇਹ ਕਿਹਾ ਸੀ ਵੀ ਨਹੀਂ ਇਹ ਕੋਈ ਇਲੀਗਲ ਐਕਟੀਵਿਟੀ ਨਹੀਂ ਹੈਗੀ, ਵੀ ਐਜ਼ ਲੌਂਗ ਐਜ਼ ਜਿਹੜੇ ਖੇਤਾਂ 'ਚ ਲੋਕ ਕੰਮ ਕਰਦੇ ਆ, ਕੰਮ ਕਰਨ ਤੋਂ ਪਹਿਲਾਂ, ਉਹਨਾਂ ਦੇ ਲੰਚ ਦੌਰਾਨ ਅਤੇ ਉਹਨਾਂ ਦੇ ਲੰਚ ਤੋਂ ਬਾਅਦ ਕੋਈ ਵੀ ਜਿਹੜੀ ਆ ਉਹ ਯੂਨੀਅਨਸ ਵਾਲੇ ਜਾ ਕੇ ਜਾਂ ਯੂਨੀਅਨ ਵਾਲੇ ਗੱਲਬਾਤ ਕਰ ਸਕਦੇ ਹੈਗੇ ਆ। ਪਰ US ਦੀ ਸੁਪਰੀਮ ਕੋਰਟ ਨੇ ਇਹਦੇ ਅਗੇਂਸਟ ਜਿਹੜਾ ਡਿਸੀਜਨ ਦੇ ਦਿੱਤਾ ਹੈਗਾ ਆ, ਕਹਿੰਦੇ ਵੀ ਨਹੀਂ ਉੱਥੇ ਜਾ ਕੇ ਇਹ ਗੱਲਬਾਤ ਨਹੀਂ ਕਰ ਸਕਦੇ ਹੈਗੇ। ਜੀ, ਇਹ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਇੱਦਾਂ ਦਾ ਇੱਕ ਕਾਨੂੰਨ ਜਿਹੜਾ ਪਹਿਲਾਂ ਬਣਿਆ ਸੀ, ਸੀਜ਼ਰ ਸ਼ਾਵੇਜ਼, ਜਿਹੜਾ ਕਿ ਫਾਰਮ ਵਰਕਰ ਯੂਨੀਅਨਸ ਦੇ ਲਈ ਬੜਾ ਹੀ ਇੱਕ ਉੱਚਾ ਵੱਡਾ ਜਿਹੜਾ ਉਹ ਨਾਮ ਹੈਗਾ ਆ। ਸੋ ਬੇਸਿਕਲੀ ਜਿਹੜੇ ਐਗਰੀਕਲਚਰ ਲੈਂਡ ਓਨਰਸ ਆ ਅਤੇ ਫੂਡ ਪ੍ਰੋਸੈਸਰਸ ਆ, ਉਹਨਾਂ ਨੂੰ ਇਹ ਹੁਣ ਸ਼ਕਤੀ ਮਿਲਦੀ ਆ ਵੀ ਜਿਹੜੇ ਯੂਨੀਅਨ ਆਰਗੇਨਾਈਜ਼ਰਸ ਆ ਉਹਨਾਂ ਨੂੰ ਆਪਣੀ ਪ੍ਰਾਪਰਟੀ ਤੋਂ ਉਹ ਪਰੇ ਰੱਖ ਸਕਦੇ ਨੇ। ਸੋ ਇਹ 3 ਦੇ ਮੁਕਾਬਲੇ 6 ਦੇ ਨਾਲ, ਜਿੱਦਾਂ ਤੁਸੀਂ ਦੱਸਿਆ ਵੀ ਵੋਟਾਂ ਦੇ ਨਾਲ ਜਿਹੜਾ ਜਸਟਿਸਿਸ ਨੇ ਕੀਤਾ। ਚੀਫ ਜਸਟਿਸ ਜੌਨ ਰੋਬਰਟਸ ਜੂਨੀਅਰ, ਉਹਨਾਂ ਨੇ ਮੈਜੋਰਟੀ ਦੇ ਲਈ ਜਿਹੜਾ ਆ ਇਸ ਦਾ ਫੈਸਲਾ ਜਿਹੜਾ ਆ ਉਹ ਲਿਖਿਆ ਹੈਗਾ। ਜਿਹੜੇ 3 ਲਿਬਰਲ ਜਸਟਿਸਿਸ ਸੀ ਉਹਨਾਂ ਨੇ ਇਸ ਦੇ ਵਿੱਚ ਡਿਸੈਂਟ ਆਪਣਾ ਪੇਸ਼ ਕੀਤਾ ਸੀਗਾ। ਜੀ, ਸੋ ਖੇਤਾਂ ਦਾ ਮਾਲਕ ਕਹਿੰਦਾ ਵੀ ਮੇਰੇ ਜਿਹੜੇ ਕੰਮ ਆ ਉਹਨਾਂ ਨੂੰ ਡਿਸਟਰਬੈਂਸ ਦਿੰਦੇ ਹੈਗੇ ਆ, ਅਤੇ ਪਰ ਯੂਨੀਅਨਸ ਦੇ ਜਿਹੜੇ ਮੈਂਬਰ ਆ ਉਹ ਇਹ ਕਹਿੰਦੇ ਸੀ ਵੀ ਜਿਹੜੇ ਖੇਤਾਂ ਦੇ ਵਿੱਚ ਲੋਕ ਕੰਮ ਕਰਦੇ ਆ ਉਹਨਾਂ ਦੇ ਕੋਲ ਬਹੁਤ ਵਾਰ ਨਾ ਤਾਂ ਇੰਟਰਨੈਟ ਹੁੰਦਾ ਨਾ ਫੋਨ ਹੁੰਦਾ। ਸੋ ਅਸੀਂ ਉਸੇ ਟਾਈਮ ਜਾਂਦੇ ਹੈਗੇ ਆ ਜਿਸ ਟਾਈਮ ਉਹਨਾਂ ਨੂੰ ਬ੍ਰੇਕ ਹੁੰਦੀ ਆ, ਜਾਂ ਕੰਮ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ। ਪਰ ਜਿਹੜੀ ਸੁਪਰੀਮ ਕੋਰਟ ਆ ਉਹ ਇਸ ਫਾਰਮ ਓਨਰ ਦੇ ਹੱਕ ਦੇ ਵਿੱਚ ਆਈ ਆ ਵੀ ਨਹੀਂ ਇਹ ਪ੍ਰਾਈਵੇਟ ਪ੍ਰੋਪਰਟੀ ਆ, ਉੱਥੇ ਜਾ ਕੇ ਉਹ ਇੱਦਾਂ ਦੀ ਜਿਹੜੀ ਕਨਵੈਂਸਿੰਗ ਵਗੈਰਾ ਆ ਉਹ ਨਹੀਂ ਕਰ ਸਕਦੇ। 2015 ਦੇ ਵਿੱਚ ਇਹ ਕੇਸ ਕਹਿੰਦੇ ਅਦਾਲਤ ਦੇ ਵਿੱਚ ਸ਼ੁਰੂ ਹੋਇਆ ਸੀ। ਫਾਊਲਰ ਪੈਕਿੰਗ ਕੰਪਨੀ ਜਿਹੜੀ ਫਰੈਜ਼ਨੋ ਦੀ ਆ, ਜਿੱਥੇ ਕਿ ਗ੍ਰੇਪਸ ਅਤੇ ਸਿਟਰਸ ਫਰੂਟ ਪ੍ਰੋਡਿਊਸ ਹੁੰਦਾ ਆ, ਉਹਨਾਂ ਨੇ ਰਿਫਿਊਜ਼ ਕੀਤਾ ਸੀਗਾ ਯੂਨੀਅਨ ਆਰਗੇਨਾਈਜ਼ਰਸ ਨੂੰ ਆਪਣੀ ਪ੍ਰਾਪਰਟੀ ਦੇ ਉੱਤੇ ਆਉਣ ਦੇ ਲਈ। ਅਤੇ ਫਿਰ ਜਿਹੜਾ ਤੁਸੀਂ ਓਰੇਗਨ ਬਾਰਡਰ ਵਾਲਾ ਜਿਹੜਾ ਦੱਸਿਆ ਵੀ ਸਟ੍ਰਾਬੇਰੀ ਪੈਕਿੰਗ ਪਲਾਂਟ ਆ, ਉੱਥੇ ਜਿਹੜੇ ਯੂਨੀਅਨ ਆਰਗੇਨਾਈਜ਼ਰਸ ਜਿਹੜੇ ਉਹ ਵੜ ਗਏ ਸੀਗੇ। ਫਿਰ ਇਹ ਦੋਨਾਂ ਨੇ ਮਿਲ ਕੇ, ਕੰਪਨੀਆਂ ਨੇ ਮਿਲ ਕੇ ਜਿਹੜੀ ਕੈਲੀਫੋਰਨੀਆ ਦੀ ਯੂਨੀਅਨ ਦੇ ਖਿਲਾਫ ਇਹਨਾਂ ਦੀ ਜਿਹੜੀ ਐਕਸੈਸ ਰੈਗੂਲੇਸ਼ਨ ਆ ਉਸ ਦੇ ਖਿਲਾਫ ਜਿਹੜਾ ਇਹ ਲਾਸੂਟ ਫਾਈਲ ਕੀਤਾ ਸੀਗਾ। ਇਹ ਇੱਕ ਪਹਿਲਾਂ ਜਿਹੜੀ ਅਪੀਲ ਆਪਣੀ ਹਾਰ ਗਏ ਸੀ ਫੈਡਰਲ ਜੱਜ ਦੇ ਮੋਹਰੇ ਅਤੇ 9th ਸਰਕਟ ਕੋਰਟ ਆਫ ਅਪੀਲਸ ਦੇ ਵਿੱਚ, ਪਰ ਸੁਪਰੀਮ ਕੋਰਟ ਨੇ ਇਹਨਾਂ ਦੀ ਅਪੀਲ ਸੁਣਨ ਨੂੰ ਮਨਜ਼ੂਰੀ ਦਿੱਤੀ ਸੀ। ਅਤੇ ਅੱਜ ਜਿਹੜਾ ਸੁਣਨ ਤੋਂ ਬਾਅਦ 'ਚ ਇਹਨਾਂ ਜਿਹੜੀਆਂ ਆ ਐਗਰੀਕਲਚਰ ਲੈਂਡ ਓਨਰਸ ਆ ਜਾਂ ਪ੍ਰਾਪਰਟੀ ਓਨਰਸ ਆ, ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਇਹ ਵੋਟ ਪਾਈ ਆ, ਉਹਨਾਂ ਨੂੰ ਮਨਜ਼ੂਰੀ ਦਿੱਤੀ ਆ। ਸੋ ਇਸ ਸੈਸ਼ਨ ਦੇ ਵਿੱਚ ਸੁਪਰੀਮ ਕੋਰਟ ਤਾਬੜਤੋੜ ਜਿਹੜੇ ਆ ਕੇਸਾਂ ਦੇ ਉੱਤੇ ਜਿਹੜੇ ਆ ਫੈਸਲੇ ਜਿਹੜਾ ਸੁਣਾ ਰਿਹਾ ਆ, ਉਹ ਇਸ ਲਈ ਬਹੁਤ ਜ਼ਰੂਰੀ ਹੁੰਦੇ ਆ ਵੀ ਪਤਾ ਹੋਣਾ ਚਾਹੀਦਾ ਆ, ਕਿਉਂਕਿ ਇਹ ਪ੍ਰੈਸੀਡੈਂਟ ਜਿਹੜੇ ਉਹ ਬਾਅਦ ਦੇ ਵਿੱਚ ਬਣ ਜਾਂਦੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਜਿਹੜੇ ਕੇਸਾਂ ਦੇ ਨਾਲ ਮਿਲਦੇ ਜੁਲਦੇ ਹੋਰ ਜਿਹੜੇ ਕੇਸ ਆ ਉਹਨਾਂ ਦੇ ਲਈ ਫਿਰ ਇਹ ਸੁਪਰੀਮ ਕੋਰਟ ਦੇ ਫੈਸਲੇ ਜਿਹੜੇ ਆ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਫਿਰ ਅੱਗੇ ਜਿਹੜੇ ਫੈਸਲੇ ਉਹ ਸੁਣਾਏ ਜਾਂਦੇ ਆ, ਫਿਰ ਚਾਹੇ ਇਹਨਾਂ ਤੋਂ ਹੇਠਲੀਆਂ ਅਦਾਲਤਾਂ ਹੋਣ ਅਤੇ ਜਾਂ ਮੁੜ ਦੁਬਾਰਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਕਿਉਂ ਨਾ ਇਹ ਜੇ ਕੇਸ ਗਏ ਹੋਣ। ਸੋ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਉਹ ਅੱਜ ਕ੍ਰਾਈਮ ਦੇ ਉੱਤੇ ਕਹਿੰਦੇ ਆ ਵੀ ਰਿਮਾਰਕਸ ਕਹਿੰਦੇ ਆ ਡਿਲੀਵਰ ਕਰਨ ਜਾ ਰਹੇ ਆ। ਗਨ ਕ੍ਰਾਈਮ ਪ੍ਰੀਵੈਂਸ਼ਨ ਜਿਹੜੀ ਆ ਉਸ ਦੇ ਉੱਤੇ ਕਹਿੰਦੇ ਆ ਵੀ ਆਪਣੀਆਂ ਟਿੱਪਣੀਆਂ ਜਿਹੜੀਆਂ ਉਹ ਕਰਨਗੇ, ਖਾਸ ਕਰਕੇ ਹੋਮੋਸਾਈਡਸ ਲਗਾਤਾਰ ਜਿਹੜੇ ਉਹ ਵੱਧਦੇ ਜਾ ਰਹੇ ਹੈਗੇ ਆ। ਇਸ ਇਵੈਂਟ ਦੇ ਉੱਤੇ ਬਾਈਡਨ ਕਹਿੰਦੇ ਆ ਵੀ ਉਹ ਅਨਾਊਂਸ ਇਹ ਕਰਨ ਜਾ ਰਹੇ ਆ ਵੀ ਉਹ ਆਪਣੀ ਐਡਮਿਨਿਸਟ੍ਰੇਸ਼ਨ ਨੂੰ ਇਹ ਹਦਾਇਤਾਂ ਦੇਣਗੇ ਵੀ ਉਹਨਾਂ ਗਨ ਸੈਲਰਸ ਦੇ ਲਾਇਸੈਂਸਿਸ ਜਿਹੜੇ ਉਹ ਵਾਪਸ ਲੈ ਲਏ ਜਾਣ ਜਿਹੜੇ ਕਿ ਰਿਕਵਾਇਰਡ ਬੈਕਗਰਾਊਂਡ ਚੈੱਕਸ ਜਿਹੜੀਆਂ ਆ ਉਹ ਨਹੀਂ ਕਰਦੇ ਜਾਂ ਉਸ ਨੂੰ ਨਿਗਲੈਕਟ ਕਰਦੇ ਨੇ, ਜਾਂ ਉਹ ਜਾਣ ਬੁੱਝ ਕੇ ਜਿਹੜੇ ਆਰਮਸ ਆ ਵੈਪਨਸ ਆ ਉਹਨਾਂ ਨੂੰ ਵੇਚਦੇ ਆ ਜਿਹੜੇ ਬੰਦੇ ਨੂੰ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਹੈਗੀ। ਉਹਨਾਂ ਨੇ ਕਹਿੰਦੇ ਵੀ ਇਸ ਇਵੈਂਟ ਦੇ ਵਿੱਚ $350 ਬਿਲੀਅਨ $350 ਬਿਲੀਅਨ ਜਿਹੜੀ ਫੈਡਰਲ ਸਟਿਮੂਲਸ ਮਨੀ ਆ ਉਹ ਵੀ ਜਿਹੜੀ ਅਲਾਓ ਕਹਿੰਦੇ ਆ ਵੀ ਉਹ ਕਰਨਗੇ ਵੀ ਇਸ ਦੇ ਵਿੱਚ ਜਿਹੜੀ ਉਹ ਵਰਤੀ ਜਾਵੇ। ਇੰਸਟੈਡ ਜਿਹੜੇ ਪੁਲਿਸ ਡਿਪਾਰਟਮੈਂਟਸ ਆ ਉਹਨਾਂ ਨੂੰ ਜਿੱਥੇ ਕਿ ਲਗਾਤਾਰ ਕ੍ਰਾਈਮ ਜਿਹੜੇ ਆ ਉਹ ਜਿਹੜੇ ਉਹ ਹੋਊਗੀ। ਸੋ ਇਸ ਪਾਸੇ ਨੂੰ $350 ਬਿਲੀਅਨ ਜਿਹੜਾ ਆ ਉਹ ਦੇਣ ਜਾ ਰਹੇ ਹੈਗੇ ਆ। ਜਿਹੜਾ ਅੱਜ ਜਿਹੜੇ ਆ ਰਾਸ਼ਟਰਪਤੀ ਬਾਈਡਨ ਲੇਟ ਸੈਨੇਟਰ ਜੌਨ ਵਾਰਨਰ ਜਿਹੜੇ ਵਰਮੌਂਟ ਤੋਂ ਸੀਗੇ
ਰਿਪਬਲਿਕਨ ਪਾਰਟੀ ਦੇ, ਉਹਨਾਂ ਦਾ ਜਿਹੜਾ ਫਿਊਨਰਲ ਵੀ ਉਹਨਾਂ ਨੇ ਵਾਸ਼ਿੰਗਟਨ ਦੇ ਨੈਸ਼ਨਲ ਕਥੀਡਰਲ ਦੇ ਵਿੱਚ ਉਸ ਨੂੰ ਅਟੈਂਡ ਕੀਤਾ ਹੈਗਾ ਆ। ਅਤੇ ਇਹਨਾਂ ਦੇ ਨਾਲ ਸਾਥੀ ਸੈਨੇਟਰ ਵੀ ਜਿਹੜੇ ਉਹ ਰਹੇ ਆ, ਇਸ ਲਈ ਜਿਹੜੇ ਆ ਉਹ ਉੱਥੇ ਗਏ ਸੀਗੇ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਨਿਊਯਾਰਕ ਦੇ ਵਿੱਚ ਇਲੈਕਸ਼ਨ ਕੱਲ੍ਹ ਹੋਈ ਹੈਗੀ ਆ, ਉੱਥੇ ਦੇ ਮੇਅਰ ਦੇ ਲਈ ਕੋਈ ਵੀ ਜਿਹੜਾ ਕੈਂਡੀਡੇਟ ਸੀ ਉਹ 50% ਵੋਟ ਨਹੀਂ ਲੈ ਸਕਿਆ, ਪਰ ਟੌਪ ਦੇ ਉੱਤੇ ਬਰੁਕਲਿਨ ਬੋਰੋ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਐਰਿਕ ਐਡਮਸ, ਉਹ ਲੀਡ ਕਰ ਰਹੇ ਹੈਗੇ ਆ। ਸੋ ਇਹਨਾਂ ਦੇ ਵਿੱਚੋਂ ਜਿਹੜੇ ਹੋਰ ਵੀ ਜਿਹੜੇ ਇੱਕ ਐਂਡਰਿਊ ਜੌਂਗ ਆ, ਉਹ ਚੌਥੀ ਪੋਜੀਸ਼ਨ 'ਤੇ ਹੈਗੇ ਆ। ਸੋ ਉਹਨਾਂ ਨੇ ਆਪਣੀ ਹਾਰ ਜਿਹੜੀ ਇੱਕ ਤਰ੍ਹਾਂ ਨਾਲ ਮੰਨ ਲਈ ਹੈਗੀ ਆ। ਅਤੇ ਇਸੇ ਤਰ੍ਹਾਂ ਰਿਪਬਲਿਕਨ ਪ੍ਰਾਇਮਰੀ ਦੇ ਵਿੱਚ ਗਾਰਡੀਅਨ ਐਂਜਲਸ ਜਿਹੜੇ ਫਾਊਂਡਰ ਹੈਗੇ ਆ ਗਾਰਡੀਅਨ ਐਂਜਲ ਦੇ, ਕਰਟਸ ਸਲੀਵਾ, ਉਹਨਾਂ ਨੇ ਬਿਜ਼ਨਸਮੈਨ ਫਰਨਾਂਡੋ ਮਟੀਓ ਨੂੰ ਜਿਹੜਾ ਆ ਹਰਾਇਆ ਹੈਗਾ ਆ। ਜੀ ਜੀ ਬਿਲਕੁਲ। ਅਤੇ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਆਪਾਂ ਖਬਰਾਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਦੁਨੀਆ ਦੇ ਅਮੀਰ ਲੋਕਾਂ ਦੇ ਵਿੱਚੋਂ ਵਾਰਨ ਬਫੇ, ਉਹਨਾਂ ਨੇ 4.1 ਬਿਲੀਅਨ ਡਾਲਰ ਜਿਹੜੇ ਆ ਉਹ ਹੋਰ ਜਿਹੜੇ ਉਹ ਵੰਡਣ ਦੀ ਗੱਲ ਆਖੀ ਆ। ਅਤੇ ਨਾਲ ਹੀ ਜਿਹੜਾ ਗੇਟਸ ਫਾਊਂਡੇਸ਼ਨ, ਜਿਹੜੇ ਬਿਲ ਗੇਟਸ ਦੇ ਤਲਾਕ ਦੀਆਂ ਗੱਲਾਂ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਉਹ ਗੇਟਸ ਫਾਊਂਡੇਸ਼ਨ ਦੇ ਟਰਸਟੀ ਦੇ ਵਜੋਂ ਵੀ ਉਹ ਰਿਜ਼ਾਈਨ ਕਰਨ ਜਾ ਰਹੇ ਹੈਗੇ ਆ। ਬਫੇ ਹੁਣਾਂ ਨੇ ਜਿਹੜਾ ਉਹ ਦੱਸਿਆ ਵੀ ਜਿਹੜੀਆਂ ਉਹਨਾਂ ਦੀਆਂ 16 ਜਿਹੜੀਆਂ ਐਨੂਅਲ ਕੰਟਰੀਬਿਊਸ਼ਨਸ ਹੈਗੀਆਂ ਆ, ਉਹ 5 ਫਾਊਂਡੇਸ਼ਨਸ ਦੇ ਵਿੱਚ ਜਿਹੜੀਆਂ ਹੋ ਜਾਣਗੀਆਂ, ਅਤੇ ਇਹ ਕੁੱਲ 41 ਬਿਲੀਅਨ ਡਾਲਰ ਦੀਆਂ ਜਿਹੜੀਆਂ ਹੋ ਜਾਣਗੀਆਂ ਆਉਣ ਵਾਲੇ ਜਿਹੜੇ ਉਹ 5 ਸਾਲਾਂ ਦੇ ਵਿੱਚ। ਸੋ 2006 ਦੇ ਵਿੱਚ ਵੀ ਇਹਨਾਂ ਨੇ ਜਿਹੜਾ ਉਹ ਕਿਹਾ ਸੀਗਾ ਵੀ ਉਹ ਬਰਕਸ਼ਾਇਰ ਦੇ ਸਾਰੇ ਹੀ ਸ਼ੇਅਰਸ ਆ ਉਹ ਦੇ ਦੇਣਗੇ ਐਨੂਅਲ ਗਿਫਟਸ ਦੇ ਤੌਰ ਦੇ ਵਿੱਚ 5 ਜਿਹੜੀਆਂ ਫਾਊਂਡੇਸ਼ਨਸ ਆ ਉਹਨਾਂ ਨੂੰ। ਜੀ, ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਆ। ਕਹਿੰਦੇ ਵੀ ਜਾਨ ਬਚਾਉਣ ਲਈ ਚਾਹੇ ਉਹ ਬੰਦਾ ਹੋਵੇ, ਚਾਹੇ ਉਹ ਪੰਛੀ ਹੋਵੇ, ਚਾਹੇ ਪਸ਼ੂ ਹੋਵੇ, ਹਰ ਕੋਈ ਭੱਜਦਾ ਹੈਗਾ। ਅੱਜ ਲਾਸ ਐਂਜਲਸ ਏਰੀਏ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਸਲੋਟਰ ਹਾਊਸ ਹੈਗਾ ਆ, ਉੱਥੋਂ ਕਹਿੰਦੇ ਵੀ 34 ਦੇ ਕਰੀਬ ਜਿਹੜੀਆਂ ਗਾਈਆਂ ਸੀਗੀਆਂ ਉਸ ਤੋਂ ਭੱਜ ਗਈਆਂ। ਸੋ ਲਾਸ ਐਂਜਲਸ ਪੁਲਿਸ, ਲਾਸ ਐਂਜਲਸ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਨੂੰ ਕਾਫੀ ਜਿਹੜੀ ਵੱਡੀ ਪ੍ਰੋਬਲਮ ਆਈ। ਕਈ ਜਿਹੜੀਆਂ ਸਟਰੀਟ ਸੀਗੀਆਂ ਉਹਨਾਂ ਨੂੰ ਜਿਹੜੀਆਂ ਬੰਦ ਕਰਨੀਆਂ ਪਈਆਂ ਇਹਨਾਂ ਗਾਈਆਂ ਨੂੰ ਫੜਨ ਦੇ ਲਈ। ਬੈਵਰਲੀ ਐਵਨਿਊ ਅਤੇ ਡਰਫੀ ਐਵਨਿਊ, ਪੀਕੋ ਰਿਵੇਰਾ, ਇਹ ਸਾਰਾ ਏਰੀਆ ਜਿਹੜਾ ਉਹਨਾਂ ਨੂੰ ਬਲੌਕ ਕਰਨਾ ਪਿਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਫਰੈਜ਼ਨੋ ਤੋਂ ਖਬਰ ਆ ਰਹੀ ਹੈ, ਇੱਥੇ ਦੇ ਇੱਕ ਮੋਬਿਲ ਹੋਮ ਪਾਰਕ ਆ, ਉਸ ਦੇ ਵਿੱਚ ਚੋਰਾਂ ਨੇ ਹੜਕੰਪ ਜਿਹੜਾ ਉਹ ਮਚਾਇਆ ਹੋਇਆ ਆ। ਸਨੀ ਸਾਈਡ ਮੋਬਿਲ ਹੋਮ ਪਾਰਕ ਆ ਜਿਹੜਾ ਟਲੈਰੀ ਐਵਨਿਊ ਦੇ ਉੱਤੇ ਹੈਗਾ ਆ। ਚੋਰਾਂ ਨੇ ਕਹਿੰਦੇ ਜਾ ਕੇ ਲੋਕਾਂ ਦੇ ਜਿਹੜੇ ਰੈਂਟ ਦੇ ਚੈੱਕਸ ਸੀਗੇ ਉਹ ਚੋਰੀ ਕਰ ਲਏ। ਇਹ ਜਿਹੜੀ ਘਟਨਾ ਆ ਇੱਥੇ ਵਾਪਰੀ ਆ, ਅਤੇ ਜਿਹੜੇ ਪੁਲਿਸ ਵਾਲੇ, ਫਰੈਜ਼ਨੋ ਪੁਲਿਸ ਵਾਲੇ ਆ, ਇਸ ਮੌਕੇ 2 ਲੋਕਾਂ ਨੂੰ ਲੱਭ ਰਹੇ ਨੇ ਜਿਨ੍ਹਾਂ ਦੀਆਂ ਤਸਵੀਰਾਂ ਵੀਡੀਓ ਕੈਮਰੇਜ਼ ਦੇ ਵਿੱਚ ਜਿਹੜੀਆਂ ਉਹ ਕੈਦ ਹੋਈਆਂ ਨੇ। ਜਿਹੜੇ ਰੈਂਟ ਦੇ ਚੈੱਕਸ ਆ ਉਹ ਇਹਨਾਂ ਨੇ ਜਿਹੜੇ ਉਹ ਚੋਰੀ ਕਰ ਲਏ ਨੇ। ਅੱਜ ਦੇ ਜ਼ਮਾਨੇ ਦੇ ਵਿੱਚ ਇਹ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਉਹ ਬਣੀ ਹੋਈ ਆ। ਇਹੀ ਨਹੀਂ ਹਰਜੋਤ ਸਿੰਘ ਜੀ, ਬਹੁਤ ਸਾਰੇ ਲੋਕ ਜਿਹੜੇ ਪ੍ਰੋਪਰਟੀ ਆਪਣੇ ਟੈਕਸ ਆ ਉਹ ਵੀ ਚੈੱਕਸ ਦੇ ਰੂਪ ਦੇ ਵਿੱਚ ਘੱਲਦੇ ਨੇ। ਜੇ ਰੱਬ ਨਾ ਕਰੇ ਤੁਹਾਡਾ ਕਹਿੰਦੇ ਆ ਵੀ ਉਹ ਚੋਰੀ ਹੋ ਜਾਵੇ ਅਤੇ ਉਹਨਾਂ ਨੂੰ ਨਾ ਮਿਲੇ, ਉਹਨਾਂ ਨੇ ਜੁਰਮਾਨਾ ਵੀ ਜਿਹੜਾ ਉਹ ਪਾਉਣਾ ਆ। ਉਤੋਂ ਜਿਹੜੀਆਂ ਕਾਉਂਟੀਜ਼ ਵਾਲੇ ਆ ਉਹਨਾਂ ਦੀ ਚੋਰ ਬਜ਼ਾਰੀ ਇੱਦਾਂ ਦੀ ਆ ਵੀ ਜੇ ਬੰਦਾ ਔਨਲਾਈਨ ਪੇ ਕਰੇ ਤਾਂ ਉਹਦੇ 'ਤੇ ਉਹਨਾਂ ਨੇ ਫੀਸ ਲਾਈ ਹੋਈ ਆ ਵੀ ਤੁਸੀਂ ਔਨਲਾਈਨ ਜਿਹੜਾ ਆ ਉਹ ਡਾਇਰੈਕਟ ਆਪਣੇ ਅਕਾਊਂਟ 'ਚੋਂ ਵੀ ਨਹੀਂ ਜਿਹੜਾ ਉਹ ਕਰ ਸਕਦੇ। ਸੋ ਇਹਨਾਂ ਨੇ ਕੰਮ ਇੱਦਾਂ ਦਾ ਰੱਖਿਆ, ਇੱਕ ਪਾਸੇ ਇਹ ਚੋਰੀ ਆ ਅਤੇ ਦੂਜੇ ਪਾਸੇ ਬੰਦਾ ਉੱਦਾਂ ਕਹਿੰਦੇ ਵੀ ਉਹ ਠੋਕੀ ਜਾਂਦੇ ਆ। ਸੋ ਇਹਨਾਂ ਨੂੰ ਕੁਛ ਨਾ ਕੁਛ ਇਸ ਦੇ ਤਹਿਤ ਜਿਹੜੀ ਕਾਰਵਾਈਆਂ ਕਰਨੀਆਂ ਜਿਹੜੀਆਂ ਚਾਹੀਦੀਆਂ ਆ ਵੀ ਤਾਂ ਜੋ ਲੋਕਾਂ ਨੂੰ ਐਟਲੀਸਟ ਜਿਹੜੇ ਆ ਉਹ ਟਰਾਂਸਫਰ ਕਰਨਾ ਆ ਉਹੀ ਆਸਾਨ ਜਿਹੜਾ ਉਹ ਕਰ ਦਿੱਤਾ ਜਾਵੇ। ਜੀ, ਅਗਲੀ ਖਬਰ ਹਾਂਗਕਾਂਗ ਤੋਂ ਆ ਰਹੀ ਆ, ਜਿੱਥੇ ਹਾਂਗਕਾਂਗ ਦੇ ਵਿੱਚ ਜਿਹੜਾ ਪ੍ਰੋ ਡੈਮੋਕ੍ਰੇਸੀ ਦਾ ਇੱਕ ਬਹੁਤ ਹੀ ਨਿਊਜ਼ਪੇਪਰ ਸੀ ਉਹ ਅੱਜ ਰਾਤ ਨੂੰ ਬੰਦ ਹੋਣ ਜਾ ਰਿਹਾ ਹੈਗਾ ਆ। ਐਪਲ ਡੇਲੀ ਕਰਕੇ ਇਸ ਨਿਊਜ਼ਪੇਪਰ ਦਾ ਨਾਮ ਹੈਗਾ। ਹਾਂਗਕਾਂਗ ਫ੍ਰੀ ਪ੍ਰੈਸ ਵੈਬਸਾਈਟ ਨੇ ਇਹ ਰਿਪੋਰਟ ਕੀਤਾ ਆ ਵੀ ਜਿਹੜਾ ਕੱਲ੍ਹ ਦਾ ਜਿਹੜਾ ਅੱਜ ਰਾਤ ਨੂੰ ਜਿਹੜਾ ਛਪਣਾ ਹੈਗਾ ਪੇਪਰ ਥਰਸਡੇ ਵਾਲਾ, ਉਹ ਲਾਸਟ ਪੇਪਰ ਹੋਊਗਾ। UK ਦੇ ਫੋਰਨ ਸੈਕਟਰੀ ਡੋਮਿਨਿਕ ਰਾਬ
ਉਹਨਾਂ ਨੇ ਇਹ ਕਿਹਾ ਆ ਵੀ ਇਹ ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਸ਼ਰੇਆਮ ਜਿਹੜਾ ਧੱਕਾ ਹੈਗਾ ਚਾਈਨਾ ਵੱਲੋਂ। ਈਵਨ ਇਹ ਵੀ ਪਤਾ ਲੱਗ ਰਿਹਾ ਵੀ ਜਿਹੜਾ ਉਹਦਾ ਐਡੀਟੋਰੀਅਲ ਬੋਰਡ ਦਾ ਮੈਂਬਰ ਆ ਉਸ ਨੂੰ ਵੀ ਜਿਹੜਾ ਆ ਅਰੈਸਟ ਕੀਤਾ ਗਿਆ ਹੈਗਾ ਆ। ਕਹਿੰਦੇ ਭਈ ਇਹ ਚਾਈਨੀਜ਼ ਸਪੀਕਿੰਗ ਵਰਲਡ ਇਹ ਬਹੁਤ ਮਸ਼ਹੂਰ ਜਿਹੜਾ ਉੱਥੇ ਦਾ ਨਿਊਜ਼ਪੇਪਰ ਸੀਗਾ ਜੀ। ਜੀ ਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਰਸ਼ੀਆ ਤੋਂ ਆ ਰਹੀ ਆ। ਕਹਿੰਦੇ ਭਈ ਰਸ਼ੀਆ ਨੇ ਅੱਜ ਰਸ਼ੀਆ ਦੀ ਜਿਹੜੀ ਰਿਪੋਰਟਿੰਗ ਏਜੰਸੀਜ਼ ਹੈਗੀਆਂ ਉਹਨਾਂ ਨੇ ਇਹ ਕਿਹਾ ਭਈ ਰਸ਼ੀਆ ਵਾਲਿਆਂ ਨੇ ਯੂਕੇ ਦਾ ਇੱਕ ਜਿਹੜਾ ਵਾਰਸ਼ਿਪ ਜਿਹੜਾ ਸ਼ਿਪ ਹੈਗਾ ਉਹਦੇ ਉੱਤੇ ਜਿਹੜੇ ਸ਼ਾਟਸ ਫਾਇਰ ਕੀਤੇ ਹੈਗੇ ਆ, ਕਿਉਂਕਿ ਬਲੈਕ ਸੀ ਵਾਲਾ ਜਿਹੜਾ ਏਰੀਆ ਆ ਉਹਦੇ ਟੈਰੇਸਟਰੀਅਲ ਵਾਟਰਸ ਦੇ ਵਿੱਚ ਯੂਕੇ ਦਾ ਸ਼ਿਪ ਐਂਟਰ ਕਰ ਗਿਆ ਸੀ। ਪਰ ਯੂਕੇ ਦੇ ਡਿਫੈਂਸ ਮਿਨਿਸਟਰ ਨੇ ਇੱਦਾਂ ਦੀ ਜਿਹੜੀ ਕੋਈ ਵੀ ਐਕੁਜੀਸ਼ਨ ਜਿਹੜੀ ਮਾਸਕੋ ਵੱਲੋਂ ਲਾਈ ਗਈ ਆ ਉਸ ਨੂੰ ਜਿਹੜਾ ਡਿਨਾਈ ਕੀਤਾ ਹੈਗਾ ਆ। ਉਹਨਾਂ ਨੇ ਇਹ ਕਿਹਾ ਵੀ ਨਹੀਂ, ਸਾਡੇ ਉੱਤੇ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਗੋਲੀ ਨਹੀਂ ਚੱਲੀ ਹੈਗੀ। ਰਸ਼ੀਆ ਨੇ ਕਿਹਾ ਵੀ ਜਿਹੜਾ ਯੂਕੇ ਦਾ ਸ਼ਿਪ ਆ ਉਹ ਰਸ਼ੀਆ ਵਾਲੇ ਟੈਰੀਟਰੀ ਦੇ 1.9 ਮੀਲ ਦੇ ਏਰੀਏ ਦੇ ਵਿੱਚ ਪਹੁੰਚ ਗਿਆ ਸੀ, ਇਸ ਕਰਕੇ ਉਹਨਾਂ ਨੇ ਜਿਹੜੀ ਆ ਉਹਦੇ ਉੱਤੇ ਗੋਲੀਆਂ ਚਲਾਈਆਂ ਜੀ। 547 ਬਿਲੀਅਨ ਡਾਲਰ ਦਾ ਜਿਹੜਾ ਫੈਡਰਲ ਬਿੱਲ ਇਨਫਰਾਸਟ੍ਰਕਚਰ ਦੀ ਇੱਕ ਕਮੇਟੀ ਦੇ ਵੱਲੋਂ ਜਿਹੜਾ ਅੱਗੇ ਲਿਆਂਦਾ ਗਿਆ ਆ, ਉਸ ਦੇ ਵਿੱਚ ਕਹਿੰਦੇ ਆ ਵੀ ਜਿਹੜੀ ਸੈਂਟਰਲ ਵੈਲੀ ਆ, ਸੈਂਟਰਲ ਕੈਲੀਫੋਰਨੀਆ ਆ, ਉਸ ਦੇ 4 ਵੱਡੇ ਜਿਹੜੇ ਪ੍ਰੋਜੈਕਟਸ ਆ ਉਹਨਾਂ ਨੂੰ ਨੇਪਰੇ ਚਾੜਨ ਦਾ ਵੀ ਉਸ ਦੇ ਵਿੱਚ ਮੱਦ ਰੱਖੀ ਗਈ ਹੈਗੀ ਆ। ਇਸ ਦੇ ਬਾਰੇ ਜਿਹੜੀ ਕਾਂਗਰਸਮੈਨ ਜਿਹੜੇ ਹੈਗੇ ਨੇ ਜਿਮ ਕੋਸਟਾ ਇੱਥੋਂ ਦੇ, ਉਹਨਾਂ ਨੇ ਅੱਜ ਕੱਲ੍ਹ ਜਿਹੜਾ ਇਸ ਦੇ ਬਾਰੇ ਦੱਸਿਆ ਸੀ। ਹਾਈਵੇ 99 ਨੂੰ ਹੋਰ ਚੌੜਿਆਂ ਕਰਨ ਦੇ ਲਈ, ਉਸ ਨੂੰ ਵਧੀਆ ਬਣਾਉਣ ਦੇ ਲਈ, ਖਾਸ ਕਰਕੇ ਮਡੇਰਾ ਦੇ ਇਲਾਕੇ ਦੇ ਵਿੱਚ 10 ਮਿਲੀਅਨ ਡਾਲਰ ਦੀ ਜਿਹੜੀ ਰਾਸ਼ੀ ਹੈ ਇਸ ਦੇ ਵਿੱਚ ਰੱਖੀ ਗਈ ਆ। ਐਲਮ ਐਵੀਨਿਊ ਕੰਪਲੀਟ ਸਟਰੀਟ ਪ੍ਰੋਜੈਕਟ ਜਿਹੜਾ ਫਰੈਜ਼ਨੋ ਦੇ ਵਿੱਚ ਹੈਗਾ ਆ, ਇਸ ਦੇ ਵਿੱਚ 3.5 ਮਿਲੀਅਨ ਡਾਲਰ ਦੀ ਰਾਸ਼ੀ ਰੱਖੀ ਗਈ ਆ। ਯੋਸੇਮਿਟੀ ਏਰੀਆ ਰੀਜਨਲ ਟਰਾਂਸਪੋਰਟੇਸ਼ਨ ਸਿਸਟਮ ਜਿਹੜਾ ਮਰਸੈਡ ਦੇ ਵਿੱਚ ਆ, ਯਾਰਟਸ ਜਿਸ ਦਾ ਨਾਮ ਆ, ਉਸ ਨੂੰ ਇਸ ਦੇ ਤਹਿਤ 4 ਮਿਲੀਅਨ ਡਾਲਰ ਅਤੇ ਅਟਵਾਟਰ ਮਰਸਡ ਐਕਸਪ੍ਰੈਸ ਨੂੰ ਕੰਪਲੀਟ ਕਰਨ ਦੇ ਲਈ 2 ਮਿਲੀਅਨ ਡਾਲਰ ਜਿਹੜੇ ਆ ਇਸ ਦੇ ਵਿੱਚ ਰੱਖੇ ਗਏ ਹੈਗੇ ਆ। ਸੋ ਇਹ ਜਿਹੜੇ 547 ਬਿਲੀਅਨ ਡਾਲਰ ਦਾ ਫੈਡਰਲ ਬਿੱਲ ਹੈਗਾ, ਇਹ ਹਾਲ ਦੀ ਘੜੀ ਜਿਹੜਾ ਸਿਰਫ ਜਿਹੜੀ ਹਾਊਸ ਕਮੇਟੀ ਹੈਗੀ ਆ ਔਨ ਟਰਾਂਸਪੋਰਟੇਸ਼ਨ ਅਤੇ ਇਨਫਰਾਸਟਰਕਚਰ, ਉਹਨਾਂ ਦੇ ਵੱਲੋਂ ਜਿਹੜਾ ਉਹ ਪੇਸ਼ ਕੀਤਾ ਗਿਆ ਆ। ਹਾਊਸ ਦੇ ਵਿੱਚ ਪਾਸ ਹੁੰਦਾ ਆ, ਸੈਨੇਟ 'ਚ ਪਾਸ ਹੁੰਦਾ ਆ, ਉਹ ਅਜੇ ਇਸ ਦੇ ਲਈ ਲੰਮਾ ਸਫ਼ਰ ਆ। ਪਰ ਕੁਛ ਨਾ ਕੁਛ ਇੱਥੇ ਦੇ ਢਾਂਚੇ ਨੂੰ ਜਿਹੜਾ ਹੋਰ ਮਜ਼ਬੂਤ ਕਰਨ ਦੇ ਲਈ ਜ਼ਰੂਰ ਇਸ ਦੇ ਵਿੱਚ ਮੱਦਾਂ ਰੱਖੀਆਂ ਗਈਆਂ ਨੇ ਜੀ। ਅਗਲੀ ਖਬਰ ਸਾਊਥ ਵੈਸਟ ਏਅਰਲਾਈਨ ਦੇ ਸੰਬੰਧ ਦੇ ਵਿੱਚ ਆ। ਸਾਊਥ ਵੈਸਟ ਏਅਰਲਾਈਨ ਦੀ CEO ਜਿਹੜੀ ਕੈਲੀ ਆ, ਉਹ ਸਟੈਪ ਡਾਊਨ ਕਰਨ ਜਾ ਰਹੀ ਆ ਸੰਨ 2022 ਦੇ ਵਿੱਚ। ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜਾ ਇੱਕ ਉੱਥੇ ਦਾ ਹੀ ਜਿਹੜਾ ਸਾਊਥ ਵੈਸਟ ਏਅਰਲਾਈਨ ਦਾ ਵੈਟਰਨ ਹੈਗਾ ਵਾਈਸ ਪ੍ਰੈਜ਼ੀਡੈਂਟ, ਜਿਹਦਾ ਨਾਮ ਰੋਬਰਟ ਜਾਰਡਨ ਆ, ਉਹ ਫਰਵਰੀ 1, 2022 ਨੂੰ ਆਪਣਾ ਜਿਹੜਾ ਚਾਰਜ ਆ ਉਹ ਸੰਭਾਲ ਲੈਣਗੇ। ਗੈਰੀ ਕੈਲੀ ਜਿਹੜੀ ਆ ਉਹ 2014 ਤੋਂ CEO ਸੀਗੇ। ਸੋ ਸਾਊਥ ਵੈਸਟ ਏਅਰਲਾਈਨ, ਇਕੱਲਾ ਸਾਊਥ ਵੈਸਟ ਏਅਰਲਾਈਨ ਨਹੀਂ, ਬਹੁਤ ਸਾਰੀਆਂ ਜਿਹੜੀਆਂ ਏਅਰਲਾਈਨਸ ਨੇ ਪਿਛਲੇ ਸਾਲ ਦੇ ਦੌਰਾਨ ਕਾਫੀ ਜ਼ਿਆਦਾ ਜਿਹੜਾ ਘਾਟਾ ਸਹਿਣ ਕੀਤਾ ਹੈਗਾ, ਕਿਉਂਕਿ ਜਿਹੜਾ ਟ੍ਰੈਫਿਕ ਸੀ, ਏਅਰ ਟ੍ਰੈਫਿਕ, ਉਹ ਆਲਮੋਸਟ ਡੈਡ ਹੀ ਰਿਹਾ ਪੂਰਾ ਸਾਲ ਜੀ। ਐਮਨ ਬੰਡੀ ਪਿਛਲੇ ਜਿਹੜੇ ਆ ਕੁਛ ਸਾਲ ਪਹਿਲਾਂ ਕਾਫੀ ਜ਼ਿਆਦਾ ਜਿਹੜਾ ਆ ਉਹ ਕਹਿ ਲਓ ਵੀ ਖਬਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਜਿਹੜਾ ਉਹ ਬਣਿਆ ਰਿਹਾ ਸੀ। ਸੋ ਇਹ ਫਾਰ ਰਾਈਟ ਐਕਟਿਵਿਸਟ ਕਹਿੰਦੇ ਆ ਵੀ ਆਈਡਾਹੋ ਦੇ ਗਵਰਨਰ ਦੇ ਲਈ ਉਹ ਹੁਣ ਰਨ ਕਰ ਰਿਹਾ ਹੈਗਾ ਆ। ਕਹਿੰਦੇ ਵੀ ਜਿਹੜਾ ਰਾਈਟ ਨਾਓ ਐਂਟੀ ਐਸਟੈਬਲਿਸ਼ਮੈਂਟ ਟਰੈਂਡ ਜਿਹੜਾ ਚੱਲ ਰਿਹਾ ਆ, ਉਸ ਦੇ ਤਹਿਤ ਜਿਹੜਾ ਐਮਨ ਬੰਡੀ ਆ ਉਹ ਜਿਹੜਾ ਆ ਆਪਣਾ ਕਿਹੜਾ ਭਵਿੱਖ ਆ ਇਸ ਦੇ ਵਿੱਚ ਅਜਮਾਉਣ ਜਿਹੜਾ ਉਹ ਜਾ ਰਿਹਾ ਹੈਗਾ ਆ। ਇਹ ਪਿਛਲੇ 7 ਸਾਲਾਂ ਤੋਂ ਕਹਿੰਦੇ US ਦੇ ਸੰਵਿਧਾਨ ਦੀ ਇੱਕ ਛੋਟੀ ਜਿਹੀ ਕਾਪੀ ਆਪਣੀ ਜੇਬ ਦੇ ਵਿੱਚ ਫਰੰਟ ਪਾਕਟ 'ਚ ਪਾ ਕੇ ਜਿਹੜਾ ਆ ਉਹ ਰੱਖਦਾ ਹੈਗਾ ਆ। ਸੋ ਓਰੇਗਨ ਦੀ ਫੈਡਰਲ ਲੈਂਡ ਦੀ ਜਿਹੜੀ ਆਰਮਡ ਆਕੂਪੇਸ਼ਨ ਕੁਛ ਵਰੇ ਪਹਿਲਾਂ ਜਿਹੜੀ ਹੋਈ ਸੀ, ਉਸ ਟਾਈਮ ਦੇ ਉੱਤੇ ਇਹ ਕਾਫੀ ਜ਼ਿਆਦਾ ਜਿਹੜਾ ਉਹ ਚਰਚਾ ਦੇ ਵਿੱਚ ਆਇਆ ਸੀਗਾ। ਅਤੇ ਬੰਡੀ ਜਿਸ ਦੀ ਉਮਰ 45 ਸਾਲ ਹੈਗੀ ਆ, ਹੁਣ ਆਈਡਾਹੋ ਦੇ ਗਵਰਨਰ ਦੇ ਲਈ ਇਹ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਰਨ ਕਰਨ ਜਾ ਰਿਹਾ ਹੈਗਾ ਆ।
ਅਗਲੀ ਖਬਰ ਟੈਕਸਸ ਬਾਰਡਰ ਤੋਂ ਆ ਰਹੀ ਹੈ, ਜਿੱਥੇ ਕਿ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਉਹਨਾਂ ਦੇ ਨਾਲ ਇੱਕ ਗਰੁੱਪ ਆਫ ਹਾਊਸ ਰਿਪਬਲਿਕਨ ਜਿਹੜੇ ਆ ਉਹ ਬਾਰਡਰ ਦੇ ਉੱਤੇ ਜਾ ਰਹੇ ਹੈਗੇ ਆ। ਸੋ ਇੱਕ ਤਰ੍ਹਾਂ ਨਾਲ ਇੱਥੋਂ ਇਹ ਵੀ ਸ਼ੋਅ ਹੁੰਦਾ ਵੀ ਪ੍ਰੈਜ਼ੀਡੈਂਟ ਟਰੰਪ ਦਾ ਪੂਰਾ ਹੋਲਡ ਹੈਗਾ ਰਿਪਬਲਿਕਨ ਪਾਰਟੀ ਦੇ ਵਿੱਚ, ਤੇ ਉਹ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਲਾਈਵ ਰੱਖਣਾ ਚਾਹੁੰਦੇ ਆ, ਖਾਸ ਕਰਕੇ ਬਾਰਡਰ ਕ੍ਰੋਸਿੰਗ ਵਾਲਾ, ਕਿਉਂਕਿ ਜਦੋਂ ਪਿਛਲੀ ਵਾਰ ਇਲੈਕਸ਼ਨ ਹੋਈ ਸੀ ਉਹਨਾਂ ਨੇ ਜਿਹੜਾ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਆ ਉਸ ਨੂੰ ਮੇਨ ਰੱਖਿਆ ਸੀ। ਜੀ ਤੇ ਇੱਥੇ ਹੀ ਜਿਹੜਾ ਆਪਾਂ ਹਰਜੋਤ ਸਿੰਘ ਜੀ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਇੱਦਾਂ ਹੀ ਪ੍ਰੋਗਰਾਮ ਅਪਡੇਟ ਅਮਰੀਕਾ ਚੱਲਦਾ ਰਹੇਗਾ ਜੀ। City 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM। ਸ਼ਾਹੀਨ ਟਰਾਂਸਪੋਰਟ ਵਾਲਿਆਂ ਨੂੰ ਇਸ ਮੌਕੇ I-5 ਦੇ ਪੱਕੇ ਰਾਊਟਸ ਦੇ ਲਈ ਲੋਕਲ ਅਤੇ ਲੌਂਗ ਡਰਾਈਵ ਦੇ ਲਈ ਡਰਾਈਵਰਸ ਦੀ ਜ਼ਰੂਰਤ ਹੈ। ਟੀਮ ਡਰਾਈਵਰ, ਸਿੰਗਲ ਡਰਾਈਵਰਸ ਦੀ ਜ਼ਰੂਰਤ ਹੈ। 2 ਸਾਲ ਦੇ ਐਕਸਪੀਰੀਅੰਸ ਵਾਲੇ ਨੂੰ 60 ਸੈਂਟ ਪਰ ਮਾਈਲ ਤੱਕ ਮਿਲਣਗੇ। ਨਵੇਂ ਡਰਾਈਵਰਸ ਵੀ ਹਾਇਰ ਕਰਦੇ ਹਨ, ਟੀਮ ਡਰਾਈਵਰਸ ਵੀ ਹਾਇਰ ਕਰ ਰਹੇ ਹਨ। ਬਹੁਤੇ ਲੋਡ ਹੁੱਕ ਐਂਡ ਡ੍ਰੌਪ ਦੇ ਹਨ। ਇਹਨਾਂ ਦੇ ਯਾਰਡ ਕੈਲੀਫੋਰਨੀਆ, ਓਰੇਗਨ ਅਤੇ ਵਾਸ਼ਿੰਗਟਨ ਵਿੱਚ ਉਪਲਬਧ ਹਨ। ਸੇਫਟੀ ਬੋਨਸ ਵੀ ਮਿਲੇਗਾ। W2 ਦੇ ਨਾਲ ਪੇ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਆਮੀਰ 530 844 2007 530 844 2007। ਆਪਣੀ ਸ਼ੁੱਧਤਾ ਅਤੇ ਸਵਾਦ ਦੇ ਲਈ ਮਸ਼ਹੂਰ ਵੇਰਕਾ ਵਾਲੇ ਹੁਣ ਲੈ ਕੇ ਆਏ ਹਨ ਵੇਰਕਾ ਦਾ ਖਾਲਸ ਖੋਆ। ਘਰ ਵਰਗੇ ਸਵਾਦ ਵਰਗਾ ਖੋਆ ਜਿਸ ਦੇ ਨਾਲ ਤੁਸੀਂ ਬਣਾ ਸਕਦੇ ਹੋ ਵੰਨ ਸਵੰਦੀਆਂ ਮਠਿਆਈਆਂ। ਵੇਰਕਾ ਦਾ ਖਾਲਸ ਖੋਆ ਹੁਣ ਤੁਹਾਡੇ ਨਜ਼ਦੀਕੀ ਪੰਜਾਬੀ ਇੰਡੀਅਨ ਸਟੋਰਸ ਦੇ ਉੱਤੇ ਪਹੁੰਚ ਚੁੱਕਾ ਹੈ। ਅੱਜ ਹੀ ਲੈ ਕੇ ਆਓ ਵੇਰਕਾ ਦਾ ਖਾਲਸ ਖੋਆ। ਪ੍ਰਾਈਡ ਟਰੱਕ ਸੇਲਸ ਵਾਲਿਆਂ ਨੇ ਫੌਂਟੇਨਾ, ਸਟਾਕਟਨ ਅਤੇ ਫ੍ਰੈਜ਼ਨੋ ਤੋਂ ਬਾਅਦ ਆਪਣੀ ਨਵੀਂ ਬ੍ਰਾਂਚ ਖੋਲ ਦਿੱਤੀ ਹੈ ਡੈਲਸ, ਟੈਕਸਸ ਦੇ ਵਿੱਚ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ। ਛੋਟੀਆਂ ਜਾਂ ਵੱਡੀਆਂ ਫਲੀਟ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹਨਾਂ ਦੀ ਟੀ-ਪਾਈਨ ਲੀਜ਼ਿੰਗ ਸਰਵਿਸ ਦੇ ਨਾਲ ਤੁਹਾਨੂੰ ਨਵੇਂ ਵਾਲਵੋ ਅਤੇ ਫ੍ਰੇਟਲਾਈਨਰ ਦੇ ਟਰੱਕ ਮਿਲਣਗੇ, ਫੁੱਲ ਮੇਨਟੇਨੈਂਸ included। ਹਰ ਸਾਲ ਨਵਾਂ ਟਰੱਕ। ਫੌਂਟੇਨਾ ਦੇ ਲਈ ਕਾਲ 1866-252-8494, ਸਟਾਕਟਨ ਦੇ ਲਈ ਕਾਲ 1866-252-8781, ਫ੍ਰੈਜ਼ਨੋ ਦੇ ਲਈ ਕਾਲ 1855-524-7723, ਡੈਲਸ ਟੈਕਸਸ ਲਈ ਕਾਲ 2099056600, 2099056800। ਪ੍ਰਾਈਡ ਟਰੱਕ ਸੇਲਸ। ਜੇਕਰ ਤੁਸੀਂ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਮੈਂਟੀਕਾ ਦੇ ਇੱਕ ਰੈਸਟੋਰੈਂਟ ਵਾਲਿਆਂ ਨੂੰ ਇਸ ਟਾਈਮ ਕੰਮ ਕਰਨ ਵਾਲੇ ਬੰਦਿਆਂ ਦੀ ਜ਼ਰੂਰਤ ਹੈ। ਵਧੀਆ ਤਨਖਾਹ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ 2092399006, 2092399006। ਮੈਂਟੀਕਾ ਦੇ ਇੱਕ ਇੰਡੀਅਨ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਜ਼ਰੂਰਤ ਹੈ। ਅੱਜ ਹੀ ਕਾਲ ਕਰੋ 2092399006, 2092399006। ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555, NMLS ID 698952, DRE number 02067197। All loans are subject to credit and underwriting approval. Zender Mortgage, oh Zender Mortgage।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੋਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਇਸ ਹਿੱਸੇ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅਤੇ ਜਿਵੇਂ ਆਪਾਂ ਜਾਣਦੇ ਹਾਂ ਵੀ ਹਰ ਵਾਰੀ ਅੱਜ ਦੇ ਦਿਨ ਜਿਹੜੀ ਆਪਾਂ ਗੱਲਬਾਤ ਰੀਅਲ estate ਅਤੇ ਮੌਰਗੇਜਿਸ ਦੇ ਨਾਲ ਸੰਬੰਧਿਤ ਜਿਹੜੀ ਉਹ ਕਰਦੇ ਹਾਂ। ਅਤੇ ਆਪਣੇ ਨਾਲ ਜ਼ੈਂਡਰ ਮੌਰਗੇਜ ਅਤੇ ਰੀਅਲ estate ਤੋਂ ਮੋਹਨ ਸਿੰਘ ਚੀਮਾ ਜੀ ਜੁੜ ਚੁੱਕੇ ਨੇ। ਮੋਹਨ ਸਿੰਘ ਚੀਮਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਰਾਜਕੰਪਾ ਜੀ, ਆਪ ਜੀ ਨੂੰ ਤੇ ਸਭ ਸਰੋਤਿਆਂ ਨੂੰ, ਖਾਲਸਾ ਭਾਈ ਨੂੰ, ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਮੋਹਨ ਚੀਮਾ ਜੀ, ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੀ ID ਸ਼ੇਅਰ ਕਰ ਲਿਓ ਜੀ। ਜੀ ਵੀਰ ਜੀ, ਸੋ ਦੇਖੋ ਜੀ, ਮੇਰੀ ਜਿਹੜੀ ਹੈਗੀ ਹੈ ਲੋਨ ਦੀ ID ਜ਼ੈਂਡਰ ਮੌਰਗੇਜ ਨਾਲ NMLS ID ਨੰਬਰ ਹੈਗਾ 698952। ਤਾਂ ਜਿਹੜੀ ਸਾਡੀ ਰੀਅਲ estate ਦੀ ID ਹੈਗੀ ਹੈ ਜ਼ੈਂਡਰ ਰੀਅਲ estate ਨਾਲ, ਉਹ ਹੈਗੀ ਜੀ DRE ਨੰਬਰ 02067197 ਜੀ। ਸੋ ਮੋਹਨ ਚੀਮਾ ਜੀ, ਗੱਲਬਾਤ ਦੀ ਆਪਾਂ ਜਿਹੜੀ ਸ਼ੁਰੂਆਤ ਜਿਹੜੀ ਉਹ ਕਰਦੇ ਹਾਂ। ਸੋ ਰੀਫਾਈਨੈਂਸ ਦੇ ਜਿਹੜੇ ਪ੍ਰੋਗਰਾਮਸ ਆ ਉਸ ਨੂੰ ਲੈ ਕੇ ਕੀ ਕੁਛ ਮਾਰਕੀਟ ਦੇ ਵਿੱਚ ਕੁਛ ਨਵੇਂ ਰੀਫਾਈਨੈਂਸ ਦੇ ਪ੍ਰੋਗਰਾਮਸ ਵੀ ਆਏ ਨੇ? ਹਾਂਜੀ, ਸੋ ਦੇਖੋ, ਇੱਕ ਜਿਹੜੀ ਲੇਟੈਸਟ ਜਿਹੜੀ ਖਬਰ ਮੈਂ ਸ਼ੇਅਰ ਕਰਨਾ ਚਾਹੁੰਦਾ ਉਹ ਇਹ ਹੈਗੀ ਹੈ ਕਿ ਰੀਫਾਈਨੈਂਸ ਵਾਸਤੇ ਸਰਕਾਰ ਨੇ ਜਿਹੜੀ ਫੈਨੀਮੇ ਜਿਹੜੀਆਂ ਕੁਛ ਇੱਕ ਏਜੰਸੀ ਹੁੰਦੀਆਂ ਜਿਹੜੀਆਂ ਵੀ ਤੁਹਾਡੇ ਲੋਨਸ ਨੂੰ ਗਰੰਟੀ ਕਰਦੀਆਂ ਬੈਂਕਾਂ ਨੂੰ, ਇੱਕ ਹੈਗੀ ਹੈ ਫੈਨੀਮੇ, ਇੱਕ ਹੁੰਦੀ ਹੈ ਫਰੈਡੀ ਮੈਕ, ਤੇ ਇੱਕ ਹੋਈ ਹੈ FHA ਜਾਂ UST, ਦੋ ਚਾਰ ਕੰਪਨੀਆਂ ਹੋਰ ਵੀ ਹੈਗੀਆਂ ਨੇ ਲੋਨ ਕਰਦੀਆਂ। ਲੇਕਿਨ ਜਿਹੜੀ ਫੈਨੀਮੇ ਸਭ ਤੋਂ ਪਹਿਲਾਂ ਜਿਹੜੀ ਕੰਪਨੀ ਜਿਹੜੀ ਏਜੰਸੀ ਆਈ ਹੈ, ਉਹਨਾਂ ਨੇ ਇਹ ਕਿਹਾ ਹੈਗਾ ਕਿ ਜਿਨ੍ਹਾਂ ਨੇ ਰੀਫਾਈਨੈਂਸ ਕਰਵਾਉਣਾ ਸੀ ਕੋਵਿਡ ਦੇ ਦੌਰਾਨ, ਉਹਨਾਂ ਕਈਆਂ ਦੀ ਇਨਕਮ ਚੰਗੀ ਨਹੀਂ ਹੈਗੀ ਸੀਗੀ ਤੇ ਉਹ ਇਸ ਚੀਜ਼ ਦਾ ਫਾਇਦਾ ਨਹੀਂ ਚੱਕ ਪਾਏ। ਹਾਂਜੀ, ਸੋ ਉਹਨਾਂ ਨੇ ਜਿਹੜੀਆਂ ਕਹਿ ਲਓ ਵੀ ਲੋ ਇਨਕਮ ਫੈਮਲੀਜ਼ ਹੈਗੀਆਂ, ਉਹਨਾਂ ਵਾਸਤੇ ਰਾਹਤ ਦਿੱਤੀ ਹੈ। ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਘੱਟ ਤੋਂ ਘੱਟ ਜਿਨ੍ਹਾਂ ਨੂੰ ਹਾਫ ਪੁਆਇੰਟ ਦਾ ਫਾਇਦਾ ਹੋਵੇ, ਤੇ ਜਿਨ੍ਹਾਂ ਦੀ ਕਹਿ ਲਓ ਵੀ ਇਨਕਮ ਘੱਟ ਸੀਗੀ, ਉਹਨਾਂ ਦੀ ਨੋਰਮਲੀ ਤੁਸੀਂ ਸੁਣਦੇ ਹੋਗੇ ਜੋ ਲੋਨ ਕਰਾਉਂਦੇ ਨਾ ਵੀ ਡੈਟ ਟੂ ਇਨਕਮ ਤੁਹਾਡੀ ਉਹ ਦੇਖਦੇ ਆ ਵੀ ਕਿੰਨੀ ਹੈਗੀ ਹੈ, ਤੇ ਕੋਸ਼ਿਸ਼ ਕਰਦੇ ਬੈਂਕ ਵਾਲੇ ਵੀ ਡੈਟ ਟੂ ਇਨਕਮ ਤੁਹਾਡੀ 45% ਤੋਂ ਘੱਟ ਹੋਵੇ। ਠੀਕ ਹੈ ਜੀ। ਹੁਣ ਉਹਨਾਂ ਨੇ ਉਹ ਸਿਰਫ ਇਹ ਲੋਨਸ ਵਾਸਤੇ ਜਿਨ੍ਹਾਂ ਨੇ ਰੀਫਾਈਨੈਂਸ ਕਰਨਾ, ਜਿਨ੍ਹਾਂ ਦਾ ਪ੍ਰਾਇਮਰੀ ਘਰ ਹੈਗਾ, ਯਾਨੀ ਕਿ ਉਹ ਆਪ ਘਰ ਜਿਹੜੇ ਰਹਿੰਦੇ ਨੇ, ਉਹਨਾਂ ਵਾਸਤੇ ਪ੍ਰੋਗਰਾਮ ਬਣਿਆ। ਉਹਨਾਂ ਦੀ ਉਹਨਾਂ ਨੇ ਡੈਟ ਟੂ ਇਨਕਮ ਜਿਹੜੀ ਸੀਲਿੰਗ ਹੈਗੀ ਆ ਉਹ 65% ਕੀਤੀ ਹੁਣ ਟੈਂਪਰੇਰੀ, ਵੀ ਅਪ ਟੂ 60 ਤੁਹਾਡੀ ਇਨਕਮ ਬਹੁਤ ਹੀ ਘੱਟ ਹੈਗੀ ਹੈ, ਲੇਕਿਨ ਤੁਸੀਂ ਰੀਫਾਈਨੈਂਸ ਕਰਾਉਣਾ ਚਾਹੁੰਦੇ ਸੀਗੇ, ਨਹੀਂ ਹੋ ਪਾਇਆ। ਸੋ ਹੁਣ ਵੀ ਇਨਕਮ ਦੇਖਦੇ ਹੈਗੇ, ਲੇਕਿਨ ਉਹਨਾਂ ਦੀ ਰੇਸ਼ੋ ਥੋੜੀ ਵਧਾਤੀ ਹੈ ਤਾਂ ਕਿ ਹੋਰ ਲੋਕ ਇਸ ਚੀਜ਼ ਨੂੰ ਕੁਆਲੀਫਾਈ ਕਰ ਸਕਣ। ਔਰ ਇਹਦੇ ਵਿੱਚ ਜਿਹੜਾ ਵਿਆਜ ਦਾ ਫਾਇਦਾ ਹੈਗਾ, ਵਿਆਜ ਵੀ ਉਹਨਾਂ ਨੂੰ ਬੈਸਟ ਮਿਲੂਗਾ। ਸੋ ਇਸ ਵਾਸਤੇ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਮੇਰਾ ਨੰਬਰ ਨੋਟ ਕਰਕੇ ਰੱਖ ਲਓ। ਕਈ ਵਾਰੀ ਹੁੰਦਾ ਵੀ ਤੁਸੀਂ ਬਿਜ਼ੀ ਹੁੰਦੇ ਹੋ, ਹੁਣ ਨਹੀਂ ਕਾਲ ਕਰ ਸਕਦੇ, ਜਾਂ ਤੁਸੀਂ ਕੋਈ ਸ਼ਾਮੀ ਕਰਾਂਗੇ ਜਾਂ ਕੱਲ ਕਰਨਾ ਹੋਵੇ ਤਾਂ ਨੰਬਰ ਹੈਗਾ ਜੀ ਮੇਰਾ 559-905-2575। ਇਸ ਨੰਬਰ ਤੇ ਜੀ ਆਇਆਂ ਨੂੰ ਜਦੋਂ ਮਰਜ਼ੀ ਕਾਲ ਕਰੋ। ਤੁਸੀਂ ਮੈਨੂੰ ਟੈਕਸਟ ਮੈਸੇਜ ਵੀ ਕਰ ਸਕਦੇ ਹੋ, ਵੌਇਸ ਮੇਲ ਮੈਸੇਜ ਵੀ ਛੱਡ ਸਕਦੇ ਹੋ, ਤੇ ਤੁਹਾਡਾ ਕੋਈ ਵੀ ਸਵਾਲ ਹੋਵੇ ਤਾਂ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਜੀ। ਜੀ ਬਿਲਕੁਲ। ਸੋ ਕਾਲ ਕਰ ਸਕਦੇ ਹੋ ਜੀ 559-905-2575, 5590525575। ਸੋ ਮੋਹਨ ਚੀਮਾ ਜੀ, ਇੱਕ ਵਾਰੀ ਨਾ ਇਹ ਜਿਹੜੀ ਇਹ ਰੇਸ਼ੋ ਆ, ਇਹ 65% ਹੋਣ ਦਾ ਮਤਲਬ ਦੱਸੋ, ਕਿਉਂਕਿ ਇਹ ਬੜੀ ਅਨਪ੍ਰੈਸੀਡੈਂਟਡ ਜੀ ਜਿਹੜੀ ਇਹ ਗੱਲ ਆ। ਜਿੱਦਾਂ ਕਿਹਾ ਵੀ 40-45 ਤੋਂ ਵਧਾ ਕੇ ਸਿੱਧਾ 20% ਦਾ ਇਹਨਾਂ ਨੇ ਇਸ ਦੇ ਵਿੱਚ ਇਜ਼ਾਫਾ ਕੀਤਾ। ਸੋ ਕਾਫੀ ਇਸ ਦੇ ਵਿੱਚ ਬੈਨੀਫਿਟ ਜਿਹੜੇ ਹੋਮ ਓਨਰਸ ਆ ਇਸ ਦਾ ਲੈ ਸਕਦੇ ਆ। ਸੋ ਜ਼ਰੂਰ ਇਸ ਨੂੰ ਥੋੜ੍ਹਾ ਜਿਹਾ ਹੋਰ ਡੂੰਘਾਈ ਦੇ ਵਿੱਚ ਵਿਸਥਾਰ 'ਚ ਦੱਸਿਓ। ਹਾਂਜੀ, ਸੋ ਜਿਹੜੀ ਦੇਖੋ ਡੈਟ ਟੂ ਇਨਕਮ ਦਾ ਇਹਦਾ ਮਤਲਬ ਇਹ ਹੁੰਦਾ ਵੀ ਜਿੰਨੀ ਵੀ ਤੁਹਾਡੀ ਇਨਕਮ ਹੈਗੀ ਹੈ ਤੇ ਉਹਦੇ ਹਿਸਾਬ ਨਾਲ ਤੁਹਾਡੇ ਖਰਚੇ ਦੇਖਦੇ ਆ। ਹੁਣ ਸਪੋਜ਼ ਕਰੋ ਤੁਹਾਡੀ ਇਨਕਮ ਹੈਗੀ $5000, ਠੀਕ ਹੈ ਜੀ, ਤੇ ਤੁਹਾਡੀ ਜਿਹੜੀ ਘਰ ਦੀ ਜਿਹੜੀ ਲੋਨ ਪੇਮੈਂਟ ਹੈਗੀ ਹੈ ਉਹ ਸਪੋਜ਼ ਕਰੋ ਹੈਗੀ ਤੁਹਾਡੀ $1900 ਜਾਂ $2000। ਨੋਰਮਲੀ ਤੁਹਾਡੀ ਜਿਹੜੀ ਹੁੰਦੀ ਸੀ ਇਹ ਰੇਸ਼ੋ ਦੇ ਵਿੱਚ ਤੁਹਾਡਾ ਲੋਨ ਜਿਹੜਾ ਹੈਗਾ ਉਹ ਹੋ ਜਾਂਦਾ ਸੀਗਾ ਪਹਿਲਾਂ ਕਿ ਤੁਹਾਡੀ ਡੈਟ ਟੂ ਇਨਕਮ ਜਿਹੜੀ ਠੀਕ ਆ ਜਾਂਦੀ ਸੀਗੀ, ਅਰਾਊਂਡ 50% ਕਹਿ ਲਓ ਜਾਂ ਬਿਲੋ 45% ਕਹਿ ਲਓ। ਠੀਕ ਹੈ ਜੀ। ਹੁਣ ਜਿਹੜੀ ਗੱਲਬਾਤ ਇਹ ਹੈਗੀ ਹੈ ਵੀ ਉਹਨਾਂ ਨੇ ਚੱਕ ਕੇ ਉਹ 65% ਕਰਤਾ। ਕਹਿਣ ਦਾ ਭਾਵ ਵੀ ਹੁਣ ਜਿਹੜੀ ਤੁਹਾਡੀ ਇਨਕਮ ਜੇ ਘੱਟ ਵੀ ਗਈ ਹੈ ਨਾ, ਜਿਵੇਂ 5000 ਤੁਹਾਡੀ 4000 ਹੋ ਗਈ ਹੈ ਸਪੋਜ਼ ਕਰੋ, ਜਾਂ $3800 ਹੋ ਗਈ ਹੈ, ਫਿਰ ਵੀ ਤੁਸੀਂ ਇਸ ਪ੍ਰੋਡਕਟ ਵਾਸਤੇ ਸ਼ਾਇਦ ਕਹਿ ਲਓ ਵੀ ਕੁਆਲੀਫਾਈ ਕਰ ਸਕਦੇ ਹੋ, ਕਿਉਂਕਿ ਉਹਨਾਂ ਨੇ ਉਹ ਡੈਟ ਟੂ ਇਨਕਮ ਦੀ ਰੇਸ਼ੋ ਵਧਾਤੀ। ਹੁਣ ਕੋਵਿਡ ਦੇ ਦੌਰਾਨ ਹੋਇਆ ਕੀ ਹੈ ਵੀ ਕਈਆਂ ਦੀ ਇਨਕਮ ਘੱਟ ਗਈ ਸੀਗੀ। ਹੁਣ ਉਹ ਲੋਕ ਕੀ ਕਰਨ, ਉਹ ਕਿੰਨਾ ਰੀਫਾਈਨੈਂਸ ਕਰਾਉਣ, ਉਹ ਚਾਹੁੰਦੇ ਨੇ ਵੀ ਉਹਨਾਂ ਦਾ ਵੀ ਵਿਆਜ ਘਟੇ। ਇਸ ਫਿਰ ਉਹਨਾਂ ਵਾਸਤੇ ਬਣਿਆ, ਪਰ ਇਹਦੇ ਵਿੱਚ ਇੱਕ ਗੱਲ ਦਾ ਖਿਆਲ ਰੱਖਣਾ ਪੈਣਾ, ਇਹ ਉਹਨਾਂ ਵਾਸਤੇ ਬਣੀ ਜਿਹੜੀ ਏਰੀਆ ਮੀਡੀਅਨ ਇਨਕਮ ਦੇ ਬਿਲੋ ਹੋਣ ਜਾਂ ਉਹਦੇ ਲਾਗੇ ਹੋਣ। ਹੁਣ ਜੇ ਕੋਈ ਇਨਕਮ ਬਹੁਤ ਬੰਦਾ ਵੱਡੀ ਇਨਕਮ ਵਾਲਾ, ਉਹਦੇ ਵਾਸਤੇ ਪ੍ਰੋਗਰਾਮ ਨਹੀਂ ਹੈਗਾ ਜੀ।
ਇਹ ਸਿਰਫ ਬਣਿਆ ਉਹਨਾਂ ਵਾਸਤੇ ਜਿਹੜੀਆਂ ਲੋ ਇਨਕਮ ਫੈਮਲੀਜ਼ ਹੈਗੀਆਂ ਜਾਂ ਜਿਨ੍ਹਾਂ ਦੀ ਕਹਿ ਲਓ ਵੀ ਇਨਕਮ ਰੀਜ਼ਨੇਬਲ ਹੈਗੀ ਹੈ, ਉਹ ਇਸ ਚੀਜ਼ ਦਾ ਫਾਇਦਾ ਚੁੱਕਣਾ ਚਾਹੁੰਦੇ ਆ। ਸੋ ਸਰਕਾਰ ਬੇਸਿਕਲੀ ਕੀ ਚਾਹੁੰਦੀ ਹੈ, ਉਹ ਚਾਹੁੰਦੀ ਹੈ ਵੀ ਫੇਅਰਲੀ ਜਿਹੜੀ ਗੱਲ ਸਮਝ ਕੇ ਉਹ ਇਹ ਦੱਸਣਾ ਚਾਹੁੰਦੇ ਨੇ ਵੀ ਜਿਨ੍ਹਾਂ ਦਾ ਨਹੀਂ ਹੋ ਪਾਇਆ ਕਿਉਂਕਿ ਇਨਕਮ ਘੱਟ ਸੀਗੀ, ਤੇ ਹੁਣ ਉਹ ਘੱਟ ਇਨਕਮ ਵਾਲੇ ਵੀ ਜਿਹੜੇ ਹੈਗੇ ਆ ਉਹ ਇਸ ਚੀਜ਼ ਦਾ ਕਹਿ ਲਓ ਵੀ ਫਾਇਦਾ ਹੈ ਚੱਕ ਸਕਦੇ ਆ। ਸੋ ਮੇਕ ਸ਼ੋਰ ਚੈੱਕ ਕਰ ਲੈਣ ਵੀ ਇਹ ਫੈਨੀ ਮੇ ਦਾ ਪ੍ਰੋਡਕਟ ਹੈਗਾ। ਇਹ ਜਿਹੜੀਆਂ ਗੱਲਾਂ ਹੈਗੀਆਂ ਨਾ ਕਿ ਰਾਜਕੀਰ ਬਾਜੀ ਅਸੀਂ ਸ਼ੋਅ ਤੇ ਜਿਵੇਂ ਕਹਿੰਦੇ ਰੇਡੀਓ ਤੇ, ਜੀ ਜੀ ਇਹਦੇ ਵਿੱਚ ਹੋਰ ਬੜੀ ਅੱਗੇ ਡੂੰਘਾਈ ਵਿੱਚ ਜਿਹੜੀ ਗੱਲ ਨਹੀਂ ਪੁੱਛੀ ਹੈ ਨਾ, ਇਹ ਹਰ ਇੱਕ ਦੀ ਕਹਿ ਲਓ ਵੀ ਉੱਪਰ ਲਾਗੂ ਨਹੀਂ ਹੋ ਸਕਦੀ। ਇਸੇ ਕਾਰਨ ਜੇ ਤੁਹਾਡਾ ਲੋਨ ਕਿਤੇ ਕਰਾਉਣ ਦੀ ਕੋਸ਼ਿਸ਼ ਕੀਤੀ ਨਹੀਂ ਹੋਇਆ ਤਾਂ ਉਹਨਾਂ ਨੇ ਕਿਹਾ ਹੋਏਗਾ ਵੀ ਤੁਹਾਡੀ ਨਾ ਇਨਕਮ ਬਹੁਤ ਘੱਟ ਹੈਗੀ ਹੈ, ਇਸ ਵੇਲੇ ਤੁਸੀਂ ਕੁਆਲੀਫਾਈ ਨਹੀਂ ਕਰ ਸਕਦੇ, ਤੁਹਾਡੀ ਇਨਕਮ ਉਹਨਾਂ ਵਾਸਤੇ ਬਣਿਆ ਹੈਗਾ। ਉਹ ਇਹ ਜ਼ਰੂਰ ਪਲੀਜ਼ ਕਾਲ ਕਰਨ ਤਾਂ ਕਿ ਹਰ ਇੱਕ ਦੀ ਅਸੀਂ ਫਾਈਲ ਦੇਖ ਕੇ ਚੈੱਕ ਕਰਕੇ ਜੀ ਉਹਨਾਂ ਨੂੰ ਹੋਰ ਜਾਣਕਾਰੀ ਅੱਗੇ ਦੇ ਸਕਣਾ ਵੀ ਤੁਸੀਂ ਇਸ ਚੀਜ਼ ਵਾਸਤੇ ਕੁਆਲੀਫਾਈ ਕਰਦੇ ਹੋ ਜਾਂ ਨਹੀਂ ਕਰਦੇ। ਜੀ ਬਿਲਕੁਲ, ਐਟਲੀਸਟ ਜਿਹੜੇ ਰੀਫਾਈਨੈਂਸ ਦਾ ਜਦੋਂ ਬਿਲਕੁਲ ਹੌਟ ਮਾਰਕੀਟ ਜਿਹੜੀ ਉਹ ਚੱਲ ਰਹੀ ਸੀ, ਤੁਸੀਂ ਆਪਣੇ ਆਂਢੀਆਂ ਗੁਆਂਢੀਆਂ ਨੂੰ, ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਵਧੀਆ ਇੰਟਰਸਟ ਰੇਟ ਲੈਂਦੇ ਹੋਏ ਦੇਖਿਆ, ਪਰ ਸਮਹਾਓ ਕਿਉਂਕਿ ਤੁਹਾਡੀ ਜੌਬ ਦੇ ਵਿੱਚ ਘੰਟੇ ਘਟੇ ਸੀ, ਇਨਕਮ ਘਟੀ ਸੀ, ਅਤੇ ਤੁਸੀਂ ਰੀਫਾਈਨੈਂਸ ਕਰਨ ਤੋਂ ਸੋਚਦੇ ਸੀ ਕਰੀਏ ਨਾ ਕਰੀਏ, ਟਰਾਈ ਕਰੀਏ ਜਾਂ ਰਹਿ ਗਏ, ਤਾਂ ਹੁਣ ਤੁਹਾਡੇ ਕੋਲ ਇੱਕ ਬਹੁਤ ਵਧੀਆ ਸੁਨਹਿਰੀ ਮੌਕਾ ਹੈਗਾ ਆ। ਤੁਸੀਂ ਜ਼ਰੂਰ ਰੀਫਾਈਨੈਂਸ ਦੇ ਲਈ ਕਰੋ। ਕਾਹਤੋਂ ਵਾਧੂ ਇੰਟਰਸਟ ਰੇਟ ਜਿਹੜਾ ਆ ਉਹ ਤੁਸੀਂ ਜਿਹੜਾ ਉਹ ਦੇਣਾ ਹੈਗਾ ਆ। ਸੋ ਉਹ ਡਾਲਰ ਆਪਣੇ ਬਚਾ ਕੇ ਰੱਖੋ ਅਤੇ ਗਾਂਹ ਵਾਸਤੇ ਜਿਹੜਾ ਆਪਣੇ ਆਪ ਦੇ ਲਈ ਜਿਹੜੀ ਸੇਵਿੰਗ ਉਸ ਦੀ ਰੱਖੋ। ਸੋ ਉਸ ਦੇ ਲਈ ਜ਼ਰੂਰ ਮੋਹਨ ਚੀਮਾ ਵੀਰ ਜੀ ਨੂੰ ਕਾਲ ਕਰ ਸਕਦੇ ਹੋ 559 905 2575 559 905 ਜਿਹੜਾ ਜੀ 2575 ਦੇ ਉੱਤੇ। ਸੋ ਹਾਊਸਿੰਗ ਮਾਰਕੀਟ ਕਿੱਧਰ ਨੂੰ ਜਾ ਰਹੀ ਹੈ ਜੀ? ਇਨਵੈਂਟੋਰੀ ਦੇ ਵਿੱਚ ਕੋਈ ਵਾਧਾ ਘਾਟਾ ਉੱਥੇ ਹੀ ਆ, ਸਥਿਰਤਾ ਆ, ਕੀ ਚੱਲ ਰਿਹਾ? ਹਾਂਜੀ, ਸੋ ਇਹ ਵੀ ਦੇਖੋ ਹੁਣ ਇੱਕ ਜਿਹੜੀ ਨਵੀਂ ਗੱਲਬਾਤ ਹੁਣ ਜਿਹੜੀ ਅੱਜ ਕੱਲ੍ਹ ਚੱਲ ਰਹੀ ਹੈ ਭਾਜੀ, ਉਹ ਹੈਗੀ ਹੈ ਲੰਬਰ ਦੀਆਂ ਪ੍ਰਾਈਸਿਸ। ਲੰਬਰ ਦੀਆਂ ਪ੍ਰਾਈਸਿਸ ਕਹ ਲਓ ਵੀ ਪਹਿਲਾਂ ਮਈ ਦੇ ਵਿੱਚ ਆਲਮੋਸਟ ਕਹ ਲਓ ਵੀ ਕਾਫੀ ਹਾਈ ਚੱਲ ਗਈਆਂ ਸੀਗੀਆਂ, ਠੀਕ ਹੈ। ਹੁਣ ਉਹਦੇ ਵਿੱਚ ਕਹ ਲਓ ਵੀ 41% ਡਰੋਪ ਆਈ ਹੈ ਉਹਨਾਂ ਦੀ ਲੰਬਰ ਦੀਆਂ ਪ੍ਰਾਈਸਿਸ ਦੇ ਵਿੱਚ। ਹੁਣ ਜਿਹੜੀ ਇਹ ਡਰੋਪ ਆਈ ਹੈ, ਇਹਦਾ ਜਿਹੜਾ ਨਤੀਜਾ ਹੈਗਾ ਇਹ ਹੌਲੀ ਹੌਲੀ ਆਉਣਾ। ਜਿਵੇਂ ਸਟੋਰਸ ਵੱਡੇ ਹੁੰਦੇ ਆ, ਹੋਮ ਡਿਪੋਜ਼, ਲੋਜ਼ ਹੋ ਗਏ ਜਾਂ ਬਿਲਡਰਸ ਹੈਗੇ, ਇਹਨਾਂ ਨੇ ਕਾਫੀ ਲੰਬਰ ਖਰੀਦੀ ਹੁੰਦੀ ਹੈ ਪਹਿਲਾਂ ਹੀ ਹੋਲਸੇਲ ਬੇਸਿਸ ਤੇ ਨਾ, ਕਾਫੀ ਰੱਖੀ ਹੁੰਦੀ ਹੈ ਆਪਣੇ ਵਾਸਤੇ। ਹੁਣ ਉਹ ਇੱਕਦਮ ਆਪਣੇ ਪ੍ਰਾਈਸ ਘਟਾ ਕੇ ਰਾਜੀ ਨਹੀਂ ਹੈਗੇ, ਲੇਕਿਨ ਆਉਣ ਵਾਲੇ ਟਾਈਮ 'ਚ ਹੁਣ ਨਜ਼ਰ ਆਉਣਾ ਸ਼ੁਰੂ ਇਹ ਹੈਗਾ ਵੀ ਥੋੜ੍ਹੀਆਂ ਬਹੁਤੀਆਂ ਘਰਾਂ ਦੀਆਂ ਜਿਹੜੀਆਂ ਪ੍ਰਾਈਸਿਸ ਹੈਗੀਆਂ ਉਹਨਾਂ ਵਿੱਚ ਕਹਿ ਲਓ ਵੀ ਨਮੀ ਕਹਿ ਲਓ ਜਾਂ ਸਟੇਬਿਲਿਟੀ ਕਹਿ ਲਓ ਵੀ ਕੂਲਿੰਗ ਆਫ ਦੇ ਜਿਹੜੇ ਚਾਂਸਿਸ ਹੈ ਇਹ ਬਣਨਗੇ। ਇਹਦੇ ਇੱਕ ਦੋ ਕਾਰਨ ਜਿਹੜੇ ਹੋਰ ਉਹ ਹੈਗੇ ਨੇ ਵੀਰ ਜੀ। ਇੱਕ ਕਿ ਜਿਹੜਾ ਫੋਰਕਲੋਜ਼ਰ ਦਾ ਮੋਰਟੋਰੀਅਮ ਅਸੀਂ ਗੱਲ ਕੀਤੀ ਸੀ ਇੱਕ ਵਾਰੀ ਸ਼ੋਅ 'ਚ ਪਹਿਲਾਂ ਵੀ, ਉਹ ਵੀ ਟਾਈਮ ਆ ਗਿਆ ਵੀ ਹੁਣ ਕਾਫੀ ਕਾਊਂਟੀ ਸਟੇਟਸ ਜਾਂ ਜਿਹੜੀਆਂ ਸਟੇਟਸ ਹੈਗੀਆਂ ਉਹ ਇਹ ਚਾਹੁੰਦੀਆਂ ਵੀ ਉਹਨਾਂ ਨੇ ਬੈਂਕਾਂ ਨੂੰ ਕਿਹਾ ਸੀ ਵੀ ਤੁਸੀਂ ਕਿਸੇ ਦੀ ਕੋਵਿਡ ਦੇ ਦੌਰਾਨ ਕਿਸੇ ਨੂੰ ਇਵਿਕਟ ਨਹੀਂ ਕਰ ਸਕਦੇ, ਕਿਸੇ ਤੋਂ ਕਿਸੇ ਦਾ ਘਰ ਤੁਸੀਂ ਖੋ ਨਹੀਂ ਸਕਦੇ, ਭਾਵੇਂ ਉਹ ਪੇਮੈਂਟ ਦੇ ਸਕਦਾ ਭਾਵੇਂ ਨਹੀਂ ਦੇ ਸਕਦਾ। ਜੇ ਉਹ ਨਹੀਂ ਦੇ ਸਕਦਾ ਤੁਸੀਂ ਉਹਨੂੰ ਘਰ 'ਚ ਰਹਿਣ ਦਿਓ। ਹੁਣ ਇਹ ਸਾਰੇ ਸਿਲਸਿਲੇ ਖਤਮ ਹੋ ਰਹੇ। ਫੋਰਬੇਅਰੈਂਸ ਦਾ ਕੰਮ ਸੀਗਾ ਉਹ ਵੀ ਮੁੱਕ ਚੱਲਿਆ। ਹੁਣ ਜਿਹੜੇ ਨੈਕਸਟ 6 to 8 months ਜਾਂ 6 ਤੋਂ ਲੈ ਕੇ ਅਗਲੇ 6 ਮਹੀਨੇ ਲੈ ਕੇ ਸਾਲ ਹੈਗਾ, ਮੈਂ ਸਭ ਨੂੰ ਇਹੋ ਹਦਾਇਤ ਦਊਂਗਾ ਵੀ ਬੀ ਵੈਰੀ ਕੇਅਰਫੁਲ। ਆਪਣਾ ਜਿਹੜਾ ਰੀਅਲਟਰ ਹੈਗਾ ਉਹਦੇ ਸਾਰੀ ਗੱਲ ਸਮਝ ਕੇ ਆਫਰ ਭਰੋ। ਐਵੇਂ ਨਹੀਂ ਵੀ ਜਿੰਨੀ ਮਰਜ਼ੀ ਦਿਲ ਆਇਆ ਵੀ ਚੱਕ ਕੇ ਵੱਡੀ ਅਮਾਊਂਟ ਦੀ ਆਫਰ ਭਰ ਦਿਓ। ਬੀ ਵੈਰੀ ਕੇਅਰਫੁਲ ਵਿਦ ਯੂਰ ਮਨੀ। ਇਸ ਵਾਸਤੇ ਇੱਕ ਐਕਸਪੀਰੀਅੰਸ ਰੀਅਲਟਰ, ਐਕਸਪੀਰੀਅੰਸ ਕੰਪਨੀ ਦੇ ਏਜੰਟ ਨਾਲ ਗੱਲ ਜ਼ਰੂਰ ਕਰੋ। ਕਿਸੇ ਵੀ ਸ਼ਹਿਰ 'ਚ ਹੋਵੇ ਤੁਹਾਡਾ ਆਪਣਾ ਏਜੰਟ ਹੈਗਾ, ਮੈਂ ਇਹ ਨਹੀਂ ਕਹਿੰਦਾ ਵੀ ਸਿਰਫ ਸਾਡੀ ਕੰਪਨੀ ਨੂੰ ਕਾਲ ਕਰੋ, ਜਿੱਥੇ ਮਰਜ਼ੀ ਕਾਲ ਕਰੋ, ਲੇਕਿਨ ਮੇਕ ਸ਼ੋਰ ਕਰੋ ਵੀ ਤੁਹਾਡੇ ਉਹ ਹੱਕ 'ਚ ਹੋਣ। ਸੋ ਮੈਂ ਸਭ ਨੂੰ ਇਹ ਗੱਲ ਕਹਿਣਾ ਚਾਹਾਂਗਾ ਵੀ ਥੋੜਾ ਖਿਆਲ ਨਾਲ ਚੱਲੋ ਥੋੜੀ ਵਾਸਤੇ ਆ ਨੈਕਸਟ 6 months to ਕਹਿ ਲਓ ਵੀ 12 months ਲੈਟਸ ਸੀ ਵੀ ਮਾਰਕੀਟ ਦੇ ਕੀ ਹੈਗੀ ਹੈ। ਲੇਕਿਨ ਰਾਜਵਿੰਦਰ ਭਾਈ ਥੋੜਾ ਬੜਾ ਲੱਗਦਾ ਕਿ ਥੋੜੀ ਬਹੁਤੀ ਨਮੀ ਆਊਗੀ। ਕ੍ਰੈਸ਼ ਹੋਣ ਦੀ ਕੋਈ ਸੰਭਾਵਨਾ ਨਹੀਂ, ਘਬਰਾਉਣ ਦੀ ਕੋਈ ਗੱਲ ਨਹੀਂ ਹੈਗੀ ਨਾ, ਇਹਨੂੰ ਘਬਰਾਉਣਾ ਨੇ ਵੀ ਕ੍ਰੈਸ਼ ਉਹ ਚੀਜ਼ ਗੱਲ ਨਹੀਂ ਹੈਗੀ। ਐਡਜਸਟਮੈਂਟ ਮੈਂ ਪਹਿਲਾਂ ਵੀ ਕਿਹਾ ਸੀਗਾ ਹੋਊਗੀ, ਤੇ ਉਹਦੇ ਚਾਂਸ ਜਿਹੜੇ ਹੈਗੇ ਥੋੜੇ ਬਹੁਤੇ ਹੁਣ ਬੰਦ ਲੱਗਦੇ ਜੀ। ਜੀ ਬਿਲਕੁਲ। ਸੋ ਕਰੈਕਸ਼ਨ ਚਾਹੇ ਸਟਾਕਸ ਦੇ ਵਿੱਚ ਹੋਵੇ ਉਹਦੇ ਵਿੱਚ ਵੀ ਹੁੰਦੀ ਆ। ਸੋ ਜਿਹੜੀਆਂ ਵੀ ਮਾਰਕੀਟਸ ਉਹਦੇ ਵਿੱਚ ਕਰੈਕਸ਼ਨ ਜਿਹੜੀ ਆ ਉਹ ਆਉਣੀ ਹੁੰਦੀ ਆ। ਸੋ ਆਈ ਥਿੰਕ ਪਿਛਲੀ ਵਾਰੀ ਜਦੋਂ ਮਾਰਕੀਟ ਕਰੈਸ਼ ਹੋਈ ਸੀ ਉਦੋਂ ਬੈਡ ਲੋਨਸ ਬਹੁਤ ਜ਼ਿਆਦਾ ਉਹਦੇ ਇੱਕ ਬਹੁਤ ਵੱਡਾ ਕਾਰਨ ਸੀਗਾ। ਹੁਣ ਤੁਸੀਂ ਇੰਨੇ ਲੰਮੇ ਸਮੇਂ ਤੋਂ ਕਰ ਰਹੇ ਆ, ਇਸ ਵਾਰ ਇੱਦਾਂ ਦੀ ਸਥਿਤੀ ਨਹੀਂ ਹੈਗੀ ਜਿਹੜੀ ਕਈ ਲੋਕ ਜਿਹੜੇ ਸੋਚ ਰਹੇ ਹੋਣਗੇ ਵੀ ਸ਼ਾਇਦ ਮਾਰਕੀਟ ਇਸ ਕਰਕੇ ਜਿਹੜੀ ਕਰੈਸ਼ ਹੋ ਜਾਊਗੀ। ਨਹੀਂ ਉਹੋ ਜਿਹੀ ਕੋਈ ਗੱਲ ਨਹੀਂ ਹੈਗੀ ਰਾਜਵਿੰਦਰ ਭਾਜੀ। ਦੇਖੋ ਉਹ ਇੱਕ ਟਾਈਮ ਸੀਗਾ ਉਹਦੇ ਵਿੱਚ ਇੰਨਾ ਕੁ ਕੰਮ ਖਰਾਬ ਹੋ ਗਿਆ ਸੀ, ਜਿਹੜਾ ਮਰਜੀ ਜੇ ਬੰਦਾ ਮਰਜੀ ਹਾਂ ਵੀ ਕਰਦਾ ਨਾ ਮੈਂ ਲੋਨ ਕਰਾਉਣਾ, ਉਹਨੇ ਦੀ ਜਗ੍ਹਾ 2 ਦਿਨ ਦੇ ਵਿੱਚ 2 ਲੈ ਲਾ ਤੇ 2 ਘੱਲ ਲਾ। ਹਾਂ ਤੇ ਉਹ ਕਹਿੰਦਾ ਚਲੋ ਇੱਕ ਮੈਂ ਆਪਣੇ ਆਪਣੇ ਮਾਸੀ ਦੇ ਮੁੰਡੇ ਵਾਸਤੇ ਲੈਣਾ ਜਾਂ ਤਾਇਆ ਵਾਸਤੇ ਲੈਣਾ। ਉਦੋਂ ਉਹ ਇਹ ਕੰਮ ਬਹੁਤ ਮਾੜਾ ਸੀਗਾ। ਔਰ ਲੋਕਾਂ ਨੇ ਫਿਰ ਬਾਅਦ ਚੋਂ ਕ੍ਰੈਡਿਟ ਬਹੁਤ ਖਰਾਬ ਹੋਏ ਸੀਗੇ, ਬੈਂਕਾਂ ਨੂੰ ਬੜਾ ਧੱਕਾ ਹੋਇਆ ਉਦੋਂ।
ਹੁਣ ਜਿਹੜੀ ਗੱਲਬਾਤ ਹੈਗੀ ਆ, ਹੁਣ ਤੁਸੀਂ ਲੋਨ ਕਰਾਉਣਾ ਹੋਏਗਾ ਨਾ ਰਾਜਕੁਮਾਰ ਜੀ, ਕਿਸੇ ਵੀ ਬੰਦੇ ਨੂੰ ਪੁੱਛ ਕੇ ਦੇਖ ਲਓ ਭਾਈ ਜੀ ਲੋਨ ਕਰਾਇਆ ਕਿੱਦਾਂ ਹੈ, ਤੇ ਉਹਨੇ ਤੁਹਾਨੂੰ ਦੋ ਗੱਲਾਂ ਕਹਿਣੀਆਂ, ਯਾਰ ਔਖਾ ਬਹੁਤ ਸੀਗਾ, ਕਾਗਜ਼ ਬੜੇ ਮੰਗੇ ਸੀ। ਜੀ 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 ਜੀ। ਉਹ ਤਾਂ ਕਿਉਂਕਿ ਉਹ ਚਾਹੁੰਦੇ ਵੀ ਮਾਰਕੀਟ ਜਿਹੜੀ ਹੈਗੀ ਹੈ ਸਹੀ ਬਣੀ ਰਵੇ, ਕੋਈ ਧੋਖਾਧੜੀ ਵਾਲਾ ਗੱਲ ਨਾ ਹੋਵੇ। ਇਸੇ ਕਾਰਨ ਹੁਣ ਜਿਹੜੇ ਲੋਨ ਅਫਸਰ ਹੈਗੇ ਨਾ ਸਾਡੀ ਕੰਪਨੀ ਕਹਿ ਲਓ ਕਿਤੇ ਵੀ, ਉਹਨੂੰ ਜਾ ਕੇ ਲਾਇਸੈਂਸ ਲੈਣਾ ਪੈਂਦਾ। ਪਹਿਲਾਂ ਇਹੋ ਜਿਹੀ ਗੱਲ ਨਹੀਂ ਹੁੰਦੀ, ਪਰ ਜਿਹੜਾ ਮਰਜ਼ੀ ਲੋਨ ਚੱਕ ਕੇ ਮਾੜੀ ਮੋਟੀ ਐਪਲੀਕੇਸ਼ਨ ਪਾਈ ਤੇ ਤੁਹਾਨੂੰ ਲਾਇਸੈਂਸ ਦੇ ਦਿੰਦੇ ਸੀ। ਹੁਣ ਵਾਕਈ ਦਾ ਟੈਸਟ ਹੁੰਦਾ, ਤੁਹਾਡੀ ਬੈਕਗ੍ਰਾਉਂਡ ਚੈੱਕ ਹੁੰਦੀ, ਤੁਹਾਡਾ ਕ੍ਰੈਡਿਟ ਚੈੱਕ ਹੁੰਦਾ, ਫਿਰ ਜਾ ਕੇ ਤੁਹਾਨੂੰ ਲੋਨ ਅਫਸਰ ਦਾ ਲਾਇਸੈਂਸ ਮਿਲਦਾ। ਸੋ ਇਸ ਕਾਰਨ ਹੁਣ ਜਿਹੜੀ ਹੈਗੀ ਹੈ ਮਾਰਕੀਟ ਉੱਪਰ ਜਿਹੜਾ ਸਰਕਾਰ ਦਾ ਕੰਟਰੋਲ ਹੈਗਾ ਜਾਂ ਬੈਂਕਾਂ ਦਾ ਕੰਟਰੋਲ ਹੈਗਾ, ਉਹ ਬਹੁਤ ਮਜ਼ਬੂਤ ਹੈਗਾ। ਔਰ ਮੈਂ ਇਹ ਵੀ ਕਹੂੰਗਾ ਨਾਲ ਨਾਲ ਰਾਜਕੁਮਾਰ ਜੀ ਵੀ ਇਹ ਤੁਹਾਡੀ ਕਹਿ ਲਓ ਵੀ ਤੁਹਾਡੇ ਇੰਟਰਸਟ ਨੂੰ ਸਿਕਿਉਰ ਕਰਨ ਲਈ ਰੱਖਿਆ ਹੋਇਆ। ਤਾਈਓ ਲੋਨ ਜਿਹੜੇ ਹੈਗੇ ਕਹਿ ਲਓ ਵੀ ਮੁਸ਼ਕਿਲ ਹੁੰਦੇ ਕਈ ਵਾਰੀ, ਉਹ ਚਾਹੁੰਦੇ ਨੇ ਵੀ ਤੁਹਾਡਾ ਵੀ ਇਹਦੇ ਚ ਭਲਾ ਹੋਵੇ। ਸੋ ਇਸੇ ਕਾਰਨ ਜੇ ਤੁਹਾਡਾ ਬੈਂਕ ਲੋਨ ਆਫਿਸਰ ਤੁਹਾਡੇ ਤੋਂ ਕੋਈ ਐਕਸਟਰਾ ਜੇ ਕਾਗਜ਼ ਮੰਗਦਾ ਨਾ, ਉਹ ਤਾਂ ਮੰਗਦੇ ਆ ਵੀ ਉਹ ਮੇਕ ਸ਼ੋਰ ਕਰਨਾ ਵੀ ਤੁਹਾਡੀ ਜਿਹੜੀ ਫਾਈਲ ਆ ਬਿਲਕੁਲ ਸਹੀ ਹੈਗੀ ਹੈ, ਤੁਹਾਡੇ ਵੀ ਫਾਈਲ ਠੀਕ ਰਵੇ, ਹੋਰਾਂ ਦੀ ਵੀ ਫਾਈਲ ਠੀਕ ਰਹੇ। ਇਸ ਲਈ ਪੇਪਰ ਦੇਣ ਤੋਂ ਨਾ ਘਬਰਾਓ। ਇਹਦਾ ਮਤਲਬ ਵੀ ਬੈਂਕ ਤੁਹਾਡਾ ਲੋਨ ਕਰਨਾ ਚਾਹੁੰਦਾ, ਉਹਨਾਂ ਨੇ ਸਿਰਫ 1-2 ਪੇਪਰ ਜਾਂ 2-4 ਸਵਾਲ ਹੈਗੇ ਜੋ ਤੁਹਾਡੇ ਤੋਂ ਪੁੱਛਦੇ ਨੇ। ਬਿਲਕੁਲ ਜੀ। ਸੋ ਹੋਰ ਜਾਣਕਾਰੀ ਲਈ ਤੁਸੀਂ ਮੋਹਨ ਚੀਮਾ ਜੀ ਨਾਲ ਕੰਟੈਕਟ ਜਿਹੜਾ ਕਰੋ, ਕਾਲ ਕਰੋ ਇਹਨਾਂ ਨੂੰ 559 905 2575 5595052575 ਦੇ ਉੱਤੇ। ਇੰਟਰਸਟ ਰੇਟ ਕਿੱਧਰ ਨੂੰ ਜਾ ਰਹੇ ਆ? ਹੌਲੀ ਹੌਲੀ ਗਰਮੈਸ਼ ਆ ਰਹੀ ਹੈ ਕਹਿੰਦੇ ਉੱਦਾਂ ਵੱਲ ਵੀ। ਹਾਂਜੀ ਇੰਟਰਸਟ ਰੇਟ ਭਖ ਰਹੇ ਆ ਜੀ। ਹੁਣ ਥੋੜੇ ਕਾਫੀ ਦੇਰ ਤੋਂ ਅਸੀਂ ਦੇਖ ਰਹੇ ਸੀ ਇਸ ਮਾਰਕੀਟ ਨੂੰ ਵੀ ਇਹ ਕਿੱਧਰ ਨੂੰ ਜਾਣੀ ਹੈ। ਹੁਣ ਸਰਕਾਰ ਦੀਆਂ ਅਨਾਉਂਸਮੈਂਟਸ ਵੀ ਹੋ ਗਈਆਂ ਜੀ, ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਭਾਵੇਂ ਸਾਲ ਕਹਿ ਲਓ ਵੀ ਵੇਟ ਕਰਕੇ ਜਾਂ 2 ਸਾਲ ਵੇਟ ਕਰਕੇ ਰੇਟ ਵਧਾਉਂਦੇ ਆ। ਜਦੋਂ ਇੱਕ ਵਾਰੀ ਕਹਿ ਦੇਣ ਨਾ, ਇਹਦਾ ਮਤਲਬ ਵੀ ਤੁਹਾਨੂੰ ਤਿਆਰ ਕਰਨ ਨੂੰ ਸ਼ੁਰੂ ਕਰਤਾ ਕੰਜ਼ਿਊਮਰਸ ਨੂੰ ਵੀ ਅਸੀਂ ਇਹ ਰੇਟ ਵਧਾ ਦੇਣੇ। ਔਰ ਇਹਦਾ ਜਿਹੜਾ ਮਾਰਕੀਟ ਆ ਆਲਰੇਡੀ ਸਮਝਦੀ ਹੈ, ਬੈਂਕ ਸਮਝਦੇ, ਬੈਂਕ ਆਲਰੇਡੀ ਰੈਡੀ ਹੈਗੇ ਆ। ਉਹ ਤੇ ਕਾਫੀ ਦੇਰ ਤੋਂ ਵੇਟ ਕਰ ਰਹੇ ਸੀਗੇ, ਉਹਨਾਂ ਦਾ ਲੱਕ ਟੁੱਟਿਆ ਹੋਇਆ ਘੱਟ ਰੇਟ ਦੇ ਕੇ, ਤੇ ਉਹ ਤੇ ਚਾਹੁੰਦੇ ਨੇ ਵੀ ਰੇਟ ਥੋੜੇ ਬਹੁਤ ਉਹ ਵੀ ਥੋੜੇ ਵਿਚਾਰੇ ਉਹ ਵੀ ਆਪਣੇ ਜਿਹੜੇ ਪੈਸੇ ਉਹ ਕਮਾਉਣ। ਸੋ ਹਾਂ ਹੱਲੇ ਵੀ ਪਰ ਇੱਕ ਗੱਲ ਹੈਗੀ ਜੀ, ਹੱਲੇ ਵੀ ਜੇ ਕਿਸੇ ਨੇ 15 ਸਾਲ ਦਾ ਗਾਣਾ ਹੋਵੇ ਨਾ ਜੀ, ਉਹ ਰੇਟ ਵੀ ਬਹੁਤ ਵਧੀਆ ਹੈਗਾ। ਸੋ ਜਿਨ੍ਹਾਂ ਨੇ ਕਹਿ ਲਓ ਵੀ ਅੱਜ ਤੋਂ 4-5 ਸਾਲ ਪਹਿਲਾਂ ਮੌਰਗੇਜ ਲਈ ਸੀਗੀ, ਉਹਨਾਂ ਦੀ ਘਰ ਦੀ ਐਕੁਇਟੀ ਵੱਧ ਗਈ ਹੈ, ਸਕੋਰ ਵੀ ਵਧੀਆ ਹੋ ਗਿਆ ਉਹਨਾਂ ਦੀ, ਕਹਿ ਲਓ ਵੀ ਸਾਰੀ ਸਿਚੁਏਸ਼ਨ ਬੜੀ ਵਧੀਆ ਹੈਗੀ ਹੈ, ਉਹਨਾਂ ਨੂੰ ਇਸ ਵਾਸਤੇ ਜ਼ਰੂਰ ਪੁੱਛਣਾ ਚਾਹੀਦਾ ਵੀ ਅਸੀਂ 15 ਸਾਲ ਦੀ ਮੌਰਗੇਜ ਲੈ ਸਕਦੇ ਹਾਂ। ਜੇ ਉਹ ਲੈ ਸਕਦੇ ਨੇ ਤੇ ਉਹਨਾਂ ਦੇ ਵਿਆਜ ਹੱਲੇ ਵੀ ਕਹਿ ਲਓ ਵੀ ਬਹੁਤ ਅੱਛੇ ਔਰ ਵਧੀਆ ਚੱਲ ਰਹੇ ਨੇ। ਇਸ ਚੀਜ਼ ਦਾ ਹਜੇ ਵੀ ਫਾਇਦਾ ਚੱਕਿਆ ਜਾ ਸਕਦਾ ਜੀ। ਜੀ ਜੀ ਬਿਲਕੁਲ। ਸੋ ਕਾਲ ਕਰ ਸਕਦੇ ਹੋ ਮੋਹਨ ਚੀਮਾ ਜੀ ਨੂੰ 559 905 2575 ਦੇ ਉੱਤੇ। ਸੋ ਹੁਣ ਕੀ ਜਦੋਂ ਇੰਟਰਸਟ ਰੇਟ ਜੇ ਥੋੜ੍ਹਾ ਜਿਹਾ ਵੱਧ ਰਹੇ ਆ, 15 ਸਾਲ ਵਾਲੇ ਅਜੇ ਵੀ ਗੁੱਡ ਆ, ਸੋ ਕੀ ਕਰ ਸਕਦੇ ਨੇ ਲੋਕ ਗੁੱਡ ਇੰਟਰਸਟ ਰੇਟਸ ਲੈਣ ਦੇ ਲਈ, ਚਾਹੇ ਉਹ ਰੀਫਾਈਨੈਂਸ ਵਾਲਾ ਆ ਤੇ ਚਾਹੇ ਜਿਹੜਾ ਉਹ ਨਵਾਂ ਘਰ ਜੇ ਕਿਸੇ ਨੇ ਬਾਏ ਕਰਨਾ ਹੈ? ਹਾਂਜੀ ਇਹਦੇ ਵਾਸਤੇ ਦੇਖੋ ਇਸ ਤਰ੍ਹਾਂ ਹੈਗਾ, ਜਿਨ੍ਹਾਂ ਦੇ ਕਾਫੀ ਲੋਕਾਂ ਨੇ ਰੀਫਾਈਨੈਂਸ ਨਹੀਂ ਕਰਾਇਆ, ਇਹ ਬੜੀ ਹੈਰਾਨੀ ਦੀ ਗੱਲ ਆ ਕਿ ਹੱਲੇ ਵੀ ਕਈ ਕਹਿ ਲਓ ਵੀ ਸਾਡੇ ਲੋਕ ਬਿਜ਼ੀ ਹੋਏ ਨੇ ਕੰਮਾਂ ਕਾਜਾਂ 'ਚ ਜਾਂ ਹੋਰ ਬੜੇ ਕੰਮ ਕਾਜ ਹੈਗੇ ਨੇ। ਲੇਕਿਨ ਜੇ ਦੇਖੋ ਜਿਹੜੀ ਵਿਆਜ ਦੀ ਬਚਤ ਹੈਗੀ ਨਾ, ਇਹ ਇੱਕ ਤਾਂ ਸਮਝੀ ਐਕਸਟਰਾ ਪੈਸੇ ਕਮਾ ਲਏ, ਤੁਹਾਡੇ ਪੈਸੇ ਬਚ ਗਏ, ਤੁਹਾਡੇ ਬੈਂਕ 'ਚ ਜੁੜ ਗਏ। ਸੋ ਇਹ ਜਿਹੜਾ ਵਿਆਜ ਹੈਗਾ ਇਹ ਜਿਹੜੀ 15 ਸਾਲ ਦਾ ਹੁੰਦਾ, ਜਿਹੜੀ 20 ਸਾਲ ਦਾ ਹੁੰਦਾ, ਸੋ ਇਹ ਕਾਫੀ ਲੰਬੀ ਟਰਮ ਦਾ ਹੁੰਦਾ, ਹਰ ਮਹੀਨੇ ਦੇ ਹਿਸਾਬ ਨਾਲ ਹੁੰਦਾ, ਤੇ ਇਹਦਾ ਜਿਹੜਾ ਵਿਆਜ ਦਾ ਫਾਇਦਾ ਇਹ ਜ਼ਰੂਰ ਚੱਕਣਾ ਚਾਹੀਦਾ। ਬਾਕੀ ਜੇ ਕਿਸੇ ਨੇ ਵੀ ਘਰ ਦਾ ਲੋਨ ਕਰਾਉਣਾ ਹੋਵੇ ਜਾਂ ਉਹਨਾਂ ਦਾ ਲੋਨ ਨਹੀਂ ਹੋ ਰਿਹਾ ਜਾਂ ਕੋਈ ਪ੍ਰੋਬਲਮ ਹੈਗੀ ਹੈ, ਉਹਨਾਂ ਦੇ ਮਨ 'ਚ ਕੋਈ ਸਵਾਲ ਹੈਗੇ ਨੇ, ਤੇ ਉਹ ਕਾਲ ਕਰਕੇ ਸਾਨੂੰ ਪਲੀਜ਼ ਆਪਣੇ ਸਵਾਲ ਸਾਡੇ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਅਸੀਂ ਤੁਹਾਡੀ ਮਦਦ ਕਰ ਸਕੀਏ। ਲੇਕਿਨ ਮੈਂ ਇੰਨੀ ਗੱਲ ਜ਼ਰੂਰ ਕਹਾਂਗਾ, ਜਿਨ੍ਹਾਂ ਨੇ ਵੀ ਹਜੇ ਤੱਕ ਰੀਫਾਈਨੈਂਸ ਨਹੀਂ ਕਰਾਏ ਜਾਂ ਘਰ ਲਿਆ ਸੀ 5-6 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਵੀ ਲਿਆ ਸੀਗਾ, ਜੇ ਤੁਹਾਡਾ ਵਿਆਜ 3.875 ਤੋਂ ਉੱਪਰ ਹੈਗਾ ਤੇ ਪਲੀਜ਼ ਕਾਲ ਕਰਕੇ ਆਪਣਾ 15 ਸਾਲ ਦਾ ਵਿਆਜ ਜ਼ਰੂਰ ਪੁੱਛੋ। ਇੱਕ ਛੋਟਾ ਜਿਹਾ ਐਗਜ਼ਾਮਪਲ ਮੈਨੂੰ ਦੇਣਾ, ਜਿਨ੍ਹਾਂ ਦਾ ਵੀ ਕ੍ਰੈਡਿਟ ਸਕੋਰ 720 ਤੋਂ ਉੱਪਰ ਹੈਗਾ ਤੇ ਘਰ ਦਾ ਜਿਹੜਾ ਮੌਰਗੇਜ ਬਾਂਸ ਹੈਗਾ ਉਹ 3 ਲੱਖ ਤੋਂ ਲੈ ਕੇ ਕਹਿ ਲਓ ਵੀ 540 ਤੱਕ ਹੈਗਾ, ਉਹਨਾਂ ਵਾਸਤੇ ਇਸ ਵੇਲੇ ਦਾ ਅੱਜ ਦਾ ਵਿਆਜ ਚੱਲ ਰਿਹਾ ਹੈਗਾ ਜੀ, ਉਹ ਹੈਗਾ 2.5 ਫਿਕਸ ਰੇਟ ਜਿਹੜੀ ਮੌਰਗੇਜ ਉਹਨਾਂ ਨੂੰ ਮਿਲ ਸਕਦੀ ਹੈ। ਫਿਕਸ ਰੇਟ ਦਾ ਮਤਲਬ ਵੀ ਇਹ ਪੱਕੀ ਮੌਰਗੇਜ ਹੈਗੀ, ਇਹ ਨਹੀਂ ਹੈਗਾ ਉਹ 1 ਮਹੀਨੇ ਘੱਟ ਜੂਗਾ ਅਗਲੇ ਦਿਨ ਵੱਧ ਜੂਗਾ। ਤੇ ਇਹਦਾ ਜਿਹੜਾ APR ਹੈਗਾ ਉਹ 2.65 ਹੈਗਾ। ਸੋ ਤੁਸੀਂ ਦੇਖੋ ਵੀ ਇਨ ਦਾ ਟੂਜ਼ ਆ ਰੇਟ ਜਿਹੜੇ ਚੱਲ ਰਹੇ ਨੇ। ਸੋ ਇਸ ਚੀਜ਼ ਦਾ ਹਰ ਇੱਕ ਬੰਦੇ ਨੂੰ ਫਾਇਦਾ ਚੱਕਣਾ ਚਾਹੀਦਾ, ਕਿਉਂਕਿ ਇਹ ਰੇਟ ਆਉਣ ਵਾਲੇ ਟਾਈਮ ਜਿਹੜੇ ਹੈਗੇ ਉਹ ਵੱਧ ਜਾਣੇ ਆ, ਹੌਲੀ ਹੌਲੀ ਵਧਣੇ ਆਲਰੇਡੀ ਸ਼ੁਰੂ ਹੋ ਚੁੱਕੇ ਨੇ ਜੀ। ਜੀ ਜੀ। ਸੋ ਪਲੀਜ਼ ਜਿਹੜਾ ਜੀ ਇਸ ਚੀਜ਼ ਦਾ ਫਾਇਦਾ ਜਿਹੜਾ ਉਹ ਚੱਕੋ। ਜਿਹੜੇ ਬੰਦੇ ਅਜੇ ਵੀ ਵੇਟ ਕਰ ਰਹੇ ਸੀ ਵੀ ਸ਼ਾਇਦ ਇੰਟਰਸਟ ਰੇਟ ਹੋਰ ਥੱਲੇ ਨੂੰ ਜਾਣ, ਉਸ ਦੀ ਸੰਭਾਵਨਾ ਹੁਣ ਤਕਰੀਬਨ ਨਾ ਮਾਤਰ ਹੀ ਆ, ਕਿਉਂਕਿ ਫੈਡ ਨੇ ਵੀ ਕਹਿ ਦਿੱਤਾ ਮੇ ਵੀ ਸਾਲ 2 ਸਾਲ ਨੂੰ ਇਹਨਾਂ ਨੇ ਇੰਟਰਸਟ ਰੇਟ ਜਿਹੜੇ ਉਹ ਵਧਾਉਣੇ ਆ, ਅਤੇ ਜਦੋਂ ਇਹ ਸਾਰੀਆਂ ਬੈਂਕਾਂ ਨੂੰ ਪਤਾ ਹੋਵੇ ਇੰਟਰਸਟ ਰੇਟ ਵਧਣੇ, ਉਹਨਾਂ ਨੇ ਮੁੜ ਕੇ ਦੁਬਾਰਾ ਨਹੀਂ ਘਟਾਉਣੇ ਹੁੰਦੇ, ਤਾਂ ਨੂੰ ਹੀ ਜਿਹੜਾ ਉਹ ਕੰਮ ਜਾਣਾ ਹੁੰਦਾ। ਸੋ ਰਾਈਟ ਨਾਓ ਹਿਸਟੋਰੀਕਲੀ ਲੋ ਇੰਟਰਸਟ ਰੇਟਸ ਦਾ ਜਿਹੜਾ ਉਹ ਫਾਇਦਾ
ਤੁਸੀਂ ਚੁੱਕੋ ਤੇ ਮੋਹਨ ਚੀਮਾ ਹੁਣਾਂ ਨੂੰ ਜਿਹੜਾ ਤੁਸੀਂ ਕਾਲ ਕਰੋ। ਘਰ ਜਿਹੇ ਖਰੀਦਣਾ ਆ, ਵੇਚਣਾ ਆ, ਰੀਅਲ estate ਦੀਆਂ ਵੀ ਤੁਹਾਨੂੰ ਹਰ ਤਰ੍ਹਾਂ ਦੀਆਂ ਸੇਵਾਵਾਂ ਇਹ ਦਿੰਦੇ ਨੇ। ਸੋ ਇਹਨਾਂ ਨੂੰ ਕੰਟੈਕਟ ਤੁਸੀਂ ਕਰੋ 559 905 2575 5590525575 ਦੇ ਉੱਤੇ। ਤੇ ਮੋਹਨ ਸਿੰਘ ਚੀਮਾ ਜੀ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜੀ। ਤੇ ਮਿਲਦੇ ਹਾਂ ਜੀ ਅਗਲੀ ਵਾਰ, ਗੱਲਬਾਤ ਕਰਦੇ ਹਾਂ ਫਿਰ ਜੀ। ਧੰਨਵਾਦ ਜੀ। ਜੀ ਕਿਉਂਕਿ ਆਪ ਜੀ ਨੂੰ ਤੇ ਪੰਜਾਬੀ ਜਿਹੜੇ US ਦੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।